ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਮੈਂ ਜੀ ਆਇਆ ਆਖਣਾ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਭ ਤੋਂ ਲੇਟੈਸਟ ਖਬਰ ਤੋਂ ਤੁਰਦੇ ਹਾਂ। ਬੇहद ਅਹਿਮ ਖਬਰ ਆ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਨੇ ਮੰਗੀ ਸੀ ਦਫ਼ਤਰ ਬਣਾਉਣ ਲਈ ਜ਼ਮੀਨ, ਤੇ ਸਿੱਧੀ ਕਰਤੀ ਗਈ ਆ ਨਾ। ਉਧਰ ਕੱਲ ਬਹੁਜਨ ਸਮਾਜ ਪਾਰਟੀ ਨੇ ਵੀ ਚੰਡੀਗੜ੍ਹ 'ਚ ਦਫ਼ਤਰ ਬਣਾਉਣ ਲਈ ਜ਼ਮੀਨ ਮੰਗੀ ਸੀਗੀ। ਇਹ ਪੂਰਾ ਮਾਜਰਾ ਤੇ ਇਹ ਨਾਂ ਦੇ ਵਿੱਚ ਕਿਹਾ ਕੀ ਗਿਆ, ਕੀ ਤਰਕ, ਕੀ ਆਧਾਰ ਨੇ, ਉਧਰ ਤੁਰਦੇ ਆ। ਵੈਸੇ ਗਵਰਨਰ ਸਾਹਿਬ ਨੇ ਕੱਲ ਫਿਰ ਚਿੱਠੀ ਲਿਖੀ, ਸ਼ਾਮੀ ਚਿੱਠੀ ਲਿਖੀ ਹੈ ਮੁੱਖ ਮੰਤਰੀ ਨੂੰ ਔਰ ਯਾਦ ਕਰਾਇਆ ਕਿ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣੀਆਂ ਵੀ ਹੁੰਦੀਆਂ, ਇਕੱਲੇ ਦਿਖਾਵੇ ਨਹੀਂ ਕਰਨੇ ਹੁੰਦੇ ਕਿ ਪਿੱਛੇ ਸੰਵਿਧਾਨ ਨਿਰਮਾਤਾ ਦੀ ਫੋਟੋ ਲਾ ਲਓ ਤੇ ਕੰਮ ਸਾਰੇ ਦੂਜੇ ਪਾਸੇ ਨੂੰ ਕਰੀ ਚੱਲੋ। ਨਾਲੇ ਉਹਨੇ ਵੀ ਯਾਦ ਕਰਾਇਆ ਕਿ ਮੈਨੂੰ ਜਿਹੜਾ ਤੁਸੀਂ ਵਿਹਲੜ ਕਿਹਾ ਨਾ, ਇਹ ਵਿਹਲੜ ਚੰਗਾ ਸ਼ਬਦ ਨਹੀਂਗਾ। ਮੈਨੂੰ ਯਾਦ ਹੈ ਇੱਕ ਵਾਰੀ ਸੁਖਬੀਰ ਸਿੰਘ ਬਾਦਲ ਨੇ ਵੀ ਧਰਨਾਕਾਰੀਆਂ ਨੂੰ ਵਿਹਲੜ ਕਿਹਾ ਸੀ, ਤੇ ਬਾਅਦ ਦੇ ਵਿੱਚ ਜਦੋਂ ਉਹ ਆਪ ਧਰਨੇ ਲਾਉਂਦੇ ਸੀ ਇਹ ਸ਼ਬਦ ਉਹਨਾਂ ਦਾ ਪਿੱਛਾ ਨਹੀਂ ਸੀ ਛੱਡਦਾ ਰਿਹਾ। ਚਲੋ, ਇਹ ਮਾਮਲਾ ਤਾਂ ਲੈਣਾ ਹੀ ਆ ਕਿ ਗਵਰਨਰ ਸਾਹਿਬ ਨੇ ਆਟਾ ਦਾਲ ਸਕੀਮ ਦਾ ਮਾਮਲਾ ਕਿਉਂ ਉਠਾਤਾ, ਕਿਹੜੇ ਸਵਾਲ ਗਵਰਨਰ ਸਾਹਿਬ ਗੁਪਤ ਰੂਪ ਚ ਵੀ ਕਰ ਰਹੇ ਨੇ, ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਆ। ਪਰ ਦੇਵ ਮਾਨ ਤਾਂ ਆਈਸੋਲੇਟਡ ਹੈਗੇ ਹੀ ਨੇ। ਨਾਭੇ ਵਾਲੇ ਐਮਐਲਏ ਦੇਵ ਮਾਨ ਕਲਾਕਾਰ ਨੇ, ਸਟੇਜ ਦੇ ਬੰਦੇ ਨੇ, ਭਗਵੰਤ ਮਾਨ ਦੇ ਹਮਸਫਰ ਨੇ, ਇੱਕੋ ਸ਼ੋਬੇ ਦੇ ਵਿੱਚੋਂ ਆਉਂਦੇ ਨੇ। ਆਖਰ ਆਈਸੋਲੇਟ ਕਰਤੇ ਗਏ, ਕਿਉਂ ਕਰਤੇ ਗਏ? ਤੁਹਾਡੇ ਨਾਲ ਆਪਾਂ ਸਾਂਝ ਪਵਾਈ ਸੀ। ਪਰ ਲੁਧਿਆਣੇ ਦੇ ਐਮਐਲਏ ਨੇ ਕਿਹੜੀ ਗਲਤੀ ਕੀਤੀ? ਕੱਲ ਉਹ ਵੀ ਨਹੀਂ ਸੱਦੇ। ਮੁੱਖ ਮੰਤਰੀ ਸਾਹਿਬ ਨਾਲ ਫੋਟੋ ਖਿਚਾਉਣ ਦਾ ਮੌਕਾ ਹੁੰਦਾ, ਅਫਸਰਾਂ ਤੇ ਰੋਹ ਪਾਉਣ ਦਾ ਮੌਕਾ ਹੁੰਦਾ, ਕਿਤੇ ਜੇ ਸਬੱਬੀ ਮੁੱਖ ਮੰਤਰੀ ਜੱਫੀ ਪਾਲਣ ਟੌਰ ਬੜਾ ਬਣ ਜਾਂਦਾ। ਪਰ ਹੁਣ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਭਗਵੰਤ ਮਾਨ ਨੇ। ਉਹ ਵੀ ਮੈਨੂੰ ਲੱਗਦਾ ਦੋ ਉਂਗਲਾਂ ਦਾ ਹੀ ਹੱਥ ਮਿਲਾਉਂਦੇ ਐਮਐਲਏ ਦੇ ਨਾਲ, ਜੱਫੀ ਤੋਂ ਪਾਉਂਦੇ ਆ ਕਿਸੇ ਸਧਾਰਨ ਜੇ ਬੰਦੇ ਨੂੰ, ਫੋਟੋ ਵਧੀਆ ਆਉਂਦੀ ਹੈ। ਖੈਰ, ਕੱਲ ਐਮਐਲਏ ਕਿਉਂ ਨਾ ਬੁਲਾਏ ਲੁਧਿਆਣੇ ਦੇ, ਕਿਉਂ ਸਿਰਫ ਬਲਾਕ ਪ੍ਰਧਾਨਾਂ ਨਾਲ ਹੀ ਉਹਨਾਂ ਨੇ ਮੋਹ ਦਿਖਾਇਆ? ਕੱਲ ਸਾਡੇ ਚੀਫ ਸੈਕਟਰੀ ਸਾਹਿਬ ਨੇ ਥੋੜਾ ਜਿਹਾ ਸਖਤੀ ਦਿਖਾਈ। ਉਹ ਕਹਿੰਦੇ ਕਿ ਜਿਹੜਾ ਡੀਡੀਪੀ ਉਹ ਨਾ ਨਰੋਟ ਜੈਮਲ ਸਿੰਘ ਵਾਲਾ ਮਾਮਲਾ, ਉਹਦੇ ਪਹਿਲਾਂ ਤਾਂ ਜਿੰਨੇ ਬੈਨੀਫਿਟਸ ਨੇ ਰਿਟਾਇਰਮੈਂਟ ਵਾਲੇ, ਵੇਖਿਓ ਕਿਤੇ ਦੇ ਨਾ ਦਿਓ, ਪਹਿਲਾਂ ਤੋਂ ਰੋਕੋ, ਫਿਰ ਨਾਲ ਹੀ ਐਫਆਈਆਰ ਕਰਕੇ ਜਾਂਚ ਅੱਗੇ ਤੋਰੋ। ਆਪਾਂ ਬੰਦੇ ਭੱਜੇ ਜਾਣ ਨਹੀਂ ਦੇਣੇ। ਲੱਭੀਏ ਤਾਂ ਸਹੀ ਹੋਇਆ ਕੀ? ਜਾਖੜ ਸਾਹਿਬ ਨੇ ਤਹਿਸੀਲਦਾਰਾਂ ਵਾਲੇ ਮਾਮਲੇ ਦੇ ਵਿੱਚ ਫਾਨਾ ਠੋਕਤਾ। ਉਹ ਕਹਿੰਦੇ ਤਹਿਸੀਲਦਾਰ ਜਿਹੜੀ ਐਮਐਲਏਸ ਦੇ ਉੱਤੇ ਜਿਹੜਾ ਸਵਾਲ ਉਠਾ ਰਿਹਾ ਇਹ ਬਹੁਤ ਅਹਿਮ ਆ, ਇਸ ਮਾਮਲੇ ਨੂੰ ਤੁਸੀਂ ਦੱਬ ਕੇ ਕਿਉਂ ਬੈਠੇ ਹੋ? ਬਾਹ ਮਰੋੜੇ ਐਨਓਸੀ ਦੇ ਨਾਂ ਤੇ ਬਲੈਕਮੇਲਿੰਗ ਕਰੇ ਤੇ ਤੁਸੀਂ ਚੁੱਪ ਰਹੋ, ਖਾਮੋਸ਼ੀ ਧਾਰਨ ਕਰ ਜਾਓ। ਮਾਮਲਾ ਅਗਲਾ ਵੀ ਬਹੁਤ ਅਹਿਮ ਆ। ਰਾਜਾ ਵੜਿੰਗ ਨੇ ਵੀ ਕੱਲ ਬਹੁਤੇ ਵੱਡੇ ਆਗੂਆਂ ਨਾਲ ਮੀਟਿੰਗ ਨਹੀਂ ਕੀਤੀ, ਉਹਨਾਂ ਨੇ ਵੀ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਹੀ ਸੱਦੇ। ਕਹਿੰਦੇ ਹਰਗਜ ਇਹੋ ਜਿਹੀਆਂ ਖਬਰਾਂ ਤੇ ਨਾ ਜਾਓ ਜਿਹੜੇ ਕਹਿੰਦੇ ਸਮਝੌਤਾ ਹੋ ਚੱਲਿਆ, ਸੀਟਾਂ ਦੀ ਵੰਡ ਹੋਊਗੀ। ਪਰ ਸਵਾਲ ਇਹ ਵੀ ਹੈ ਕਿ ਆਖਰ ਜਿਹੜੇ ਧੁੰਦਲਕਾ ਥੱਲੇ ਪਸਰ ਗਿਆ ਵਰਕਰਾਂ ਦੇ ਵਿੱਚ, ਕਾਂਗਰਸੀਆਂ ਦੇ ਵਿੱਚ, ਕਿ ਉੱਤੇ ਜੇ ਸਾਂਝ ਪੈ ਗਈ, ਅਗਲੇ ਪਾਉਣ ਲੱਗਿਆ ਨਹੀਂ ਪੁੱਛਿਆ, ਥੱਲੇ ਸਮਝੌਤਾ ਕਰਨ ਲੱਗਿਆ ਪੁੱਛਣਾ। ਪਰ ਇਹ ਗੱਲ ਪੱਕੀ ਆ, ਇਹ ਗੱਲ ਅਸੀਂ ਦੁਬਾਰਾ ਰਿਪੀਟ ਕਰ ਰਹੇ ਹਾਂ ਕਿ ਕਾਂਗਰਸ ਤੇ ਪੰਜਾਬ ਦੇ ਲੀਡਰ ਆ, ਉਹ ਕਿਸੇ ਵੀ ਕੀਮਤ ਤੇ ਸੀਟ ਸ਼ੇਅਰਿੰਗ ਦੇ ਉੱਤੇ ਜਾਣ ਨੂੰ ਤਿਆਰ ਹੈ ਨਹੀਂ। ਅਗਲੀ ਗੱਲ ਨੈਸ਼ਨਲ ਪੋਲਿਟਿਕਸ ਦੀ ਕਰਾਂਗੇ। ਨੈਸ਼ਨਲ ਪੋਲਿਟਿਕਸ ਦੇ ਵਿੱਚ ਵੀ ਬਹੁਤ ਕੁਝ ਆ। ਅੱਜ ਵੈਸੇ 370 ਧਾਰਾ ਤੇ ਸੁਣਵਾਈ ਸੁਪਰੀਮ ਕੋਰਟ 'ਚ ਸ਼ੁਰੂ ਹੋਣੀ ਹੈ। ਕੱਲ ਸੁਪਰੀਮ ਕੋਰਟ ਨੇ ਮਨੀਪੁਰ ਦੇ ਮਾਮਲੇ 'ਚ ਬਹੁਤ ਸਖਤ ਰੁਖ ਅਖਤਿਆਰ ਕੀਤਾ। ਉੱਥੇ ਉਹਨਾਂ ਨੇ ਡੀਜੀਪੀ ਮਨੀਪੁਰ ਦੇ ਸੱਦਿਆ। ਇਹਦੇ ਨਾਲ ਹੀ ਜਿਹੜਾ ਆਰਡੀਨੈਂਸ ਬਿੱਲ ਬਣਨ ਜਾ ਰਿਹਾ, ਜਿਹੜਾ ਪੇਸ਼ ਹੋਇਆ, ਉਹਨੂੰ ਸਮਰਥਨ ਮਿਲ ਗਿਆ ਬੀਜੂ ਜਨਤਾ ਦਲ ਦਾ। ਕੱਲ ਜਗਨ ਮੋਹਨ ਰੈਡੀ ਸਾਹਿਬ ਦਾ ਮਿਲਿਆ ਹੀ ਸੀ 2 ਦਿਨ ਪਹਿਲਾਂ। ਤੇ ਇਹਦੇ ਨਾਲ ਜਿਹੜੀ ਹਰਿਆਣੇ ਦੇ ਵਿੱਚ ਬਲ ਉੱਠਣ ਦੀ ਕਹਾਣੀ ਆ, ਹਰਿਆਣਾ ਕਿਉਂ ਜਲਣ ਲੱਗ ਪਿਆ, ਇਹਦੇ ਪਿੱਛੇ ਡਿਜ਼ਾਈਨ ਹੈ ਕੋਈ? ਕੀ ਇਹ ਕਿਉਂ ਇਸ ਤਰ੍ਹਾਂ ਹੋਇਆ? ਇਹ ਪੋਲਰਾਈਜੇਸ਼ਨ ਹੈ, ਸਥਾਨਕ ਮਾਮਲੇ ਆ ਜਾਂ ਕੋਈ ਹੋਰ ਮਾਮਲੇ ਆ? ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ ਮੈਨੂੰ ਦੱਸਿਓ, ਆਮ ਆਦਮੀ ਪਾਰਟੀ ਨੂੰ ਨਾ ਕਿਉਂ ਕਰਤੀ ਗਵਰਨਰ ਨੇ ਜ਼ਮੀਨ ਦੇਣ ਤੋਂ? ਹਰਿਆਣੇ ਨੂੰ ਵਿਧਾਨ ਸਭਾ ਲਈ 10 ਏਕੜ ਜ਼ਮੀਨ ਦੇਣ ਦੀ ਸਿਧਾਂਤਕ ਹਾਂ ਕੀਤੀ ਹੋਈ ਆ, ਲੇਕਿਨ ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ 'ਚ ਦਫ਼ਤਰ ਬਣਾਉਣ ਲਈ ਨਾ ਕੀਤੀ ਗਈ ਆ। ਕਿਸ ਆਧਾਰ ਤੇ ਕੀਤੀ ਗਈ ਆ? ਕਿਉਂ ਨਹੀਂ ਦਿੱਤੀ ਜਾ ਰਹੀ ਜ਼ਮੀਨ? ਆਖਿਰ ਕਾਰਨ ਕੀ? ਰੰਧਾਵਾ ਸਾਹਿਬ ਦੇਖੋ, ਜਿਹੜਾ ਆਮ ਆਦਮੀ ਪਾਰਟੀ ਨੇ ਇੱਥੇ ਚੰਡੀਗੜ੍ਹ ਦੇ ਵਿੱਚ ਇੱਕ ਦਫ਼ਤਰ ਬਣਾਉਣ ਲਈ ਆਪਣੀ ਜ਼ਮੀਨ ਮੰਗੀ ਸੀ, ਉਹਦੇ 'ਚ ਜਿਹੜੇ ਐਡਵਾਈਜ਼ਰ ਟੂ ਗਵਰਨਰ ਨੇ ਜਾਂ ਪ੍ਰਸ਼ਾਸਕ ਨੇ, ਉਹਨਾਂ ਨੇ ਕੱਲ ਕਿਹਾ ਕਿ ਇਹ ਜਿਹੜੀ ਅਸੀਂ ਨਵੇਂ ਸਿਰੇ ਤੋਂ ਪਾਲਿਸੀ ਬਣਾਈ ਹੈ, ਉਹਦੇ ਵਿੱਚ 2 ਚੀਜ਼ਾਂ ਅਸੀਂ ਰੱਖੀਆਂ ਹੋਈਆਂ ਨੇ। ਜਿਸ ਪਾਰਟੀ ਨੇ ਜ਼ਮੀਨ ਲੈਣੀ ਹੈ ਉਹਦਾ ਨੈਸ਼ਨਲ ਪਾਰਟੀ ਹੋਣਾ ਜ਼ਰੂਰੀ ਹੈ, ਨੰਬਰ 1। ਦੂਜਾ, ਉਹਨਾਂ ਦਾ ਮੈਂਬਰ ਪਾਰਲੀਮੈਂਟ ਪਿਛਲੇ 20 ਸਾਲਾਂ ਚੋਂ ਘੱਟੋ ਘੱਟ ਇੱਕ ਵਾਰ ਤਾਂ ਇੱਥੇ ਬਣਿਆ ਹੋਣਾ ਚਾਹੀਦਾ, ਤਾਂ ਹੀ ਅਸੀਂ ਉਹਨਾਂ ਨੂੰ ਜ਼ਮੀਨ ਦੇਵਾਂਗੇ। ਹੁਣ
ਇਹ ਆਮ ਆਦਮੀ ਪਾਰਟੀ ਕੋਲੇ ਦੋਨੋਂ ਚੀਜ਼ਾਂ ਚੋਂ ਇੱਕ ਨਹੀਂ ਹੈਗੀ, ਉਹਨਾਂ ਦਾ ਮੈਂਬਰ ਪਾਰਲੀਮੈਂਟ ਨਹੀਂ ਹੈ। ਠੀਕ ਹੈ, ਉਹਨਾਂ ਨੇ ਲਾਸਟ ਇਲੈਕਸ਼ਨ ਲੜੀ ਸੀ, ਅੱਛੀ ਖਾਸੀ ਵੋਟ ਵੀ ਮਿਲੀ ਸੀ ਉਹਨਾਂ ਨੂੰ, ਪਰ ਜਿੱਤ ਨਹੀਂ ਸਕੇ। ਪਰ ਦੂਜੇ ਪਾਸੇ ਉਹ ਦੇਖਿਆ ਜਾਏ ਤਾਂ ਨੈਸ਼ਨਲ ਪਾਰਟੀ ਤਾਂ ਹੈ ਹੀ ਹੈ। ਨੈਸ਼ਨਲ ਪਾਰਟੀ ਨਾਲ ਨਾਲ ਉਹਨਾਂ ਕੋਲੇ ਜਿਹੜੀ ਉੱਥੇ, ਕਿਉਂਕਿ ਫਿਰ ਚੰਡੀਗੜ੍ਹ ਚ ਵਿਧਾਨ ਸਭਾ ਤਾਂ ਹੈ ਨਹੀਂ, ਪਰ ਉੱਥੇ ਅੱਛੀ ਖਾਸੀ ਕਮਿਸ਼ਨ ਸੌਰੀ ਨਗਰ ਨਿਗਮ ਹੈ, ਉਹਦੇ ਚ ਉਹਨਾਂ ਦੇ 14 ਮੈਂਬਰ ਨੇ, ਮੁੱਖ ਵਿਰੋਧੀ ਧਿਰ ਨੇ ਉਹ, ਤੇ ਉਹਨਾਂ ਨੂੰ ਮੈਨੂੰ ਲੱਗਦਾ ਕਿ ਕੰਸੀਡਰ ਤਾਂ ਕੀਤਾ ਹੀ ਜਾਣਾ ਚਾਹੀਦਾ ਸੀ। ਦਫ਼ਤਰ ਲਈ ਮੰਗ ਰਿਹਾ। ਈਵਨ ਉਹਨਾਂ ਨੇ ਪੰਜਾਬ ਦਾ ਵੀ ਹਵਾਲਾ ਦਿੱਤਾ ਹੋਇਆ, ਜਿਹੜਾ ਸੀਐਮ ਸਾਹਿਬ ਨੇ, ਤੁਹਾਨੂੰ ਯਾਦ ਹੋਊਗਾ, ਲੈਟਰ ਲਿਖਿਆ ਸੀ। ਉਹਨਾਂ ਨੇ ਕਿਹਾ ਵੀ ਸਾਡੇ ਕੋਲ 92 ਵਿਧਾਇਕ ਨੇ ਤੇ ਸਾਡੀ ਇਹ ਕੈਪੀਟਲ ਹੈ, ਔਰ ਨਾਲ ਨਾਲ ਸਾਡੇ 7 ਦੇ 7 ਰਾਜ ਸਭਾ ਮੈਂਬਰ ਵੀ ਹੈਗੇ ਨੇ। ਹੁਣ ਤਾਂ ਚਲੋ ਲੋਕ ਸਭਾ ਦਾ ਵੀ ਇੱਕ ਮੈਂਬਰ ਉਹਨਾਂ ਦਾ ਪੰਜਾਬ ਚੋਂ ਆ ਗਿਆ, ਤੋਂ ਅਸੀਂ ਡਿਜ਼ਰਵ ਕਰਦੇ ਹਾਂ ਵੀ ਸਾਨੂੰ ਇੱਥੇ ਦੂਜੀਆਂ ਪਾਰਟੀਆਂ ਵਾਂਗੀ ਸਾਨੂੰ ਵੀ ਇੱਥੇ ਦਫ਼ਤਰ ਬਣਾਉਣ ਦੀ ਇੱਕ ਇਜਾਜ਼ਤ ਦਿੱਤੀ ਜਾਏ, ਜੋ ਮਤਲਬ ਉਹਨਾਂ ਨੇ ਨਾ ਕਰਤੀ ਹੈ। ਕੱਲ ਹੀ ਬਹੁਜਨ ਸਮਾਜ ਪਾਰਟੀ ਨੇ ਵੀ ਇਸੇ ਤਰ੍ਹਾਂ ਤੇ ਹੀ ਮੰਗੀ ਵੀ ਜੇ ਤੁਸੀਂ ਨੈਸ਼ਨਲ ਪਾਰਟੀ ਦੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਦੇ ਰਹੇ ਹੋ ਤਾਂ ਨੈਸ਼ਨਲ ਪਾਰਟੀ ਅਸੀਂ ਵੀ ਹੈਗੇ ਹਾਂ, ਸਾਨੂੰ ਵੀ ਜਗ੍ਹਾ ਦਿੱਤੀ ਜਾਏ। ਇਹ ਵੀ ਉਹਨਾਂ ਨੇ ਮੰਗ ਰੱਖਤੀ ਹੈ, ਤਾਂ ਮੈਨੂੰ ਲੱਗਦਾ ਕਿ ਜੇ ਉਹਨਾਂ ਦੀ ਠੁਕਰਾਤੀ ਹੈ ਤੇ ਇਹਨਾਂ ਦੀ ਵੀ ਠੁਕਰਾਈ ਹੋਈ ਜਾਏਗੀ। ਕੋਈ ਜੇ ਪੋਲੀਟੀਕਲ ਕੋਈ ਉਹ ਰੱਖਿਆ ਕਿ ਬਹੁਜਨ ਸਮਾਜ ਪਾਰਟੀ ਤਾਂ ਬੀਜੇਪੀ ਨੂੰ ਸਮਰਥਨ ਦੇ ਸਕਦੀ ਹੈ, ਇਸ ਕਰਕੇ ਇਹਨਾਂ ਨੂੰ ਤਾਂ ਚਲੋ ਦੇ ਦਿਓ, ਤੇ ਆਮ ਆਦਮੀ ਪਾਰਟੀ ਦਾ ਕਿਉਂਕਿ ਵਿਰੋਧ ਹੀ ਕਰ ਰਹੀ ਹੈ, ਇਸ ਕਰਕੇ ਇਹਨਾਂ ਨੂੰ ਨਹੀਂ ਦੇਣੀ। ਅਗਰ ਇਸ ਤਰ੍ਹਾਂ ਦੀ ਕੋਈ ਉਹ ਚੀਜ਼ ਆਈ ਤਾਂ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਨਹੀਂ ਮਿਲੇਗੀ, ਲੇਕਿਨ ਅਦਰਵਾਈਜ਼ ਮੈਨੂੰ ਲੱਗਦਾ ਹੈ ਕਿ ਦੇ ਦੇਣੀ ਚਾਹੀਦੀ ਹੈ। ਦੇਖੋ ਕੈਪੀਟਲ ਤਾਂ ਪੰਜਾਬ ਦੀ ਹੈ ਹੀ ਹੈ ਨਾ, ਕੈਪੀਟਲ ਦੇ ਵਿੱਚ ਆਪਣੀ ਮਤਲਬ ਆਪਣਾ ਆਫਿਸ ਬਣਾਉਣਾ ਹਰ ਇੱਕ ਪੋਲੀਟੀਕਲ ਪਾਰਟੀ ਦਾ ਇੱਕ ਉਹ ਹੁੰਦਾ ਹੈ, ਤੇ ਔਰ ਇਹ ਜ਼ਮੀਨ ਪੰਜਾਬ ਦੀ ਹੀ ਹੈ। ਯੂਟੀ ਸਿਰਫ ਕੇਅਰ ਟੇਕਰ ਹੈ ਇਹਦਾ, ਇਹ ਜ਼ਮੀਨ ਦਾ ਮਾਲਕ ਨਹੀਂ ਹੈ। ਸੋ ਬਾਰ-ਬਾਰ ਜਿਹੜੀ ਇੱਕ ਵਾਰ ਮੈਨੂੰ ਯਾਦ ਹੈ ਕਿ ਇਹ ਗੱਲ ਸੁਨੀਲ ਜਾਖੜ ਹੋਰਾਂ ਨੇ ਵੀ ਰੱਖੀ ਸੀ ਵਿਧਾਨ ਸਭਾ ਦੇ ਵਿੱਚ, ਵੀ ਜਦੋਂ ਉਹ ਜ਼ਮੀਨਾਂ ਵੇਚਦੇ ਨੇ ਪੰਜਾਬ ਦੀਆਂ ਜ਼ਮੀਨਾਂ, ਤੇ ਸਾਰਾ ਜਿਹੜਾ ਕਲੈਕਸ਼ਨ ਇਕੱਠੀ ਕਰਕੇ ਸੈਂਟਰਲ ਟੈਕਸ ਚ ਪਾ ਦਿੰਦੇ ਨੇ, ਤੇ ਯਾਰ ਪੰਜਾਬ ਤੇ ਹਰਿਆਣਾ ਵਾਲੇ ਵਿਰੋਧ ਕਿਉਂ ਨਹੀਂ ਕਰਦੇ ਵੀ ਇਕੱਠਾ ਹੋ ਕੇ ਵਿਰੋਧ ਤਾਂ ਘੱਟੋ ਘੱਟ ਕਰੋ ਵੀ ਇਹ ਜ਼ਮੀਨ ਤਾਂ ਸਾਡੀ ਹੈ, ਤੁਹਾਨੂੰ ਸਿਰਫ ਉਹਦੀ ਦੇਖ ਰੇਖ ਵਾਸਤੇ ਰੱਖਿਆ ਹੈ, ਤੁਸੀਂ ਤਾਂ ਸਾਰੀ ਜ਼ਮੀਨ ਵੇਚ ਕੇ ਪੈਸੇ ਇਕੱਠੇ ਕਰਕੇ ਸੈਂਟਰ ਦੇ ਖਜ਼ਾਨੇ ਚ ਭਰੀ ਜਾਂਦੇ ਹੋ, ਸਾਨੂੰ ਦੋ ਇਹਦਾ ਹਿੱਸਾ ਪੰਜਾਬ ਤੇ ਹਰਿਆਣਾ ਨੂੰ ਮਿਲਣਾ ਚਾਹੀਦਾ। ਸੋ ਇਹ ਉਹਨਾਂ ਨੇ ਇੱਕ ਵਾਰੀ ਗੱਲ ਰੱਖੀ ਸੀ, ਉਹਦੇ ਵਿੱਚ ਹੀ ਮੈਂ ਉਸੇ ਸੰਦਰਭ ਚ ਦੇਖਦਾ ਹਾਂ ਵੀ ਜੇ ਜ਼ਮੀਨ ਪੰਜਾਬ ਦੀ ਹੈ, ਇਹ ਖਰੜ ਜਿਹੜੀ ਕਾਨੂੰਗੋ ਉਹਦਾ ਹਿੱਸਾ ਸੀਗਾ, ਉਹਦੇ ਪਿੰਡ ਸੀਗੇ ਜਿਹੜੇ ਸਾਰੇ ਦੇ ਸਾਰੇ ਚੰਡੀਗੜ੍ਹ ਵਾਲੇ, ਤਾਂ ਉਹਦੇ ਚ ਅਗਰ ਪੰਜਾਬ ਦੇ ਹੀ ਲੋਕ ਜਾਂ ਪੰਜਾਬ ਦੀ ਪੋਲੀਟੀਕਲ ਪਾਰਟੀ ਆਪਣੇ ਇੱਕ ਦਫ਼ਤਰ ਬਣਾਉਣ ਵਾਸਤੇ ਇਹ ਜਗ੍ਹਾ ਮੰਗ ਰਹੀ ਆ, ਅੱਧਾ ਏਕੜ ਕਿੰਨੀ ਚਾਹੀਦੀ ਹੋਗੀ, ਅੱਧਾ ਏਕੜ ਜ਼ਮੀਨ ਉਹਨਾਂ ਨੂੰ ਚਾਹੀਦੀ ਹੋਗੀ, ਤੇ ਉਹ ਦੇਣ ਚ ਕੀ ਕੋਈ ਹਰਜ ਮੈਨੂੰ ਲੱਗਦਾ ਕਿ ਨਹੀਂ ਹੋਣਾ ਚਾਹੀਦਾ। ਇੰਦਰਪ੍ਰੀਤ ਜੀ, ਕਾਹਤੋਂ ਜਾਖੜ ਸਾਹਿਬ ਲਈ ਮੁਸ਼ਕਲਾਂ ਖੜੀਆਂ ਕਰੀ ਜਾਂਦੇ ਹੋ? ਪੁਰਾਣੇ ਦੱਬੇ ਮੁਰਦੇ ਉਖਾੜ ਕੇ ਇੰਨੀ ਤਾਂ ਨਹੀਂ ਪੁੱਛੋ ਔਖਾ ਉਹਨਾਂ ਨੂੰ, ਉਠਾਓਗੇ ਮੁੱਦਾ? ਔਖਾ ਹੁੰਦਾ ਹੈ, ਸਮਾਂ ਬਦਲ ਜਾਂਦਾ ਹੈ। ਵੈਸੇ ਹੱਡਾਂ 'ਚ ਜਦੋਂ ਪਾਣੀ ਪੈ ਜੇ ਨਾ ਸਿਆਸੀ ਪਾਰਟੀਆਂ ਦੇ ਆਗੂਆਂ 'ਚ, ਉਹ ਚਿੱਠੀ ਪੱਤਰ ਨਾਲ ਹੀ ਸਾਰਦੇ ਆ। ਦੱਸੋ ਤਾਂ ਕਿਸੇ ਦੀ ਰਾਜਧਾਨੀ ਦੇ ਵਿੱਚ ਉਹਨੂੰ ਹੀ, ਉਹ ਸੱਤਾਧਾਰੀਆਂ ਨੂੰ ਜ਼ਮੀਨ ਦੇਣ ਤੋਂ ਕੋਈ ਕਰੀ ਜਾਵੇ ਨਾ, ਤੇ ਨੱਕ 'ਚ ਦਮ ਨਹੀਂ ਕਰ ਸਕਦੇ ਤੁਸੀਂ? ਹੈ ਨਹੀਂ ਥੱਲੇ ਦੇ ਪੱਧਰ ਤੇ ਤੁਹਾਡੇ ਕੋਲ ਵਰਕਰ, ਹੈ ਨਹੀਂ ਕੰਪੇਨ ਕਰਨ ਲਈ ਕੁਝ ਵੀ? ਕਦੇ ਅਕਾਲੀ ਦਲ ਜਾਂ ਬਾਕੀ ਪਾਰਟੀਆਂ ਇਸ ਤਰ੍ਹਾਂ ਦੇ ਮੋਰਚੇ ਲਾ ਕੇ ਹੀ ਫਤਿਹ ਕਰ ਲੈਂਦੀਆਂ ਹੁੰਦੀਆਂ ਸੀ, ਕੇਂਦਰ ਤੱਕ ਰੌਲੇ ਪੈ ਜਾਂਦੇ ਹੁੰਦੇ ਸੀ। ਭਗਵੰਤ ਮਾਨ ਸਾਹਿਬ ਇਕੱਲੀ ਸਟੇਜ ਨਾਲ ਨਹੀਂ ਸਰਨਾ ਤਾਂ ਫਿਰ ਲੜਨਾ ਹੈ। ਲੜਨਾ ਕਿੱਦਾਂ ਲੜਨਾ? ਬੰਦੇ ਪਿੱਛੇ ਹੋਣੇ ਚਾਹੀਦੇ ਆ। ਭਾਸਕਰ ਸਾਹਿਬ, ਇਹਦੇ ਤੇ ਲੰਬੀ ਗੱਲ ਨਾ ਕਰਿਓ। ਗਵਰਨਰ ਸਾਹਿਬ ਦੇ ਮਾਮਲੇ 'ਚ ਚੱਲਿਓ। ਗਵਰਨਰ ਪੰਜਾਬ ਦੇ ਬਣ ਕੇ ਬਹਿ ਗਏ ਯੂਟੀ ਦੇ ਪ੍ਰਸ਼ਾਸਕ, ਉਹ ਕਹਿੰਦੇ ਮੈਨੂੰ ਵੇਲੜ ਕਹਿੰਦੇ ਹੋ, ਉਹ ਮੈਨੂੰ ਕਹਿੰਦੇ ਚਿੱਠੀਆਂ ਦਾ ਜਵਾਬ ਨਹੀਂ ਦਿੰਦੇ, ਤੁਸੀਂ ਸੰਵਿਧਾਨ ਦੀ ਮਾਨਤਾ ਰੱਖਦੇ ਹੋ, ਪਿੱਛੇ ਫੋਟੋਆਂ ਲਾਉਂਦੇ ਹੋ, ਮੰਨਦੇ ਹੈ ਨਹੀਂ। ਉਹ ਸਾਰੀਆਂ ਗੱਲਾਂ ਨੂੰ ਗਾਂਹ ਨਾਲ ਤੋਰ ਦਿਓ। ਕੱਲ ਗਵਰਨਰ ਸਾਹਿਬ ਦਾ ਗੁੱਸਾ ਯਾਨੀ ਦਰਦ ਇੱਕ ਵਾਰ ਫੇਰ ਛਲ ਗਿਆ, ਔਰ ਇੱਕ ਹੋਰ ਚਿੱਠੀ ਦੇ ਰੂਪ ਵਿੱਚ ਭਗਵੰਤ ਮਾਨ ਉਹਨਾਂ ਨੂੰ ਚਲਾ ਗਿਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦ ਕੈਬਨਿਟ ਦੀ ਮੀਟਿੰਗ ਹੋਈ ਸੀ, ਉਹਦੇ ਵਿੱਚ ਫੈਸਲਾ ਲਿੱਤਾ ਗਿਆ ਕਿ ਅਸੀਂ ਰਾਸ਼ਨ ਦੇ ਵਿੱਚ ਵੀ ਗੇਹੂੰ ਨਹੀਂ, ਆਟਾ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਸਿੱਧਾ ਪਹੁੰਚਾਵਾਂਗੇ। ਉਹਦੇ ਵਾਸਤੇ ਮਾਰਕ ਫੈਡ ਨੇ ਵੀ ਇੱਕ ਤਰੀਕੇ ਨਾਲ ਕਮਰ ਕੱਸ ਲਈ ਸੀ। ਔਰ ਡਿਪੋ ਹੋਲਡਰ ਜਿਨ੍ਹਾਂ ਨੇ ਪਿਛਲੀ ਵਾਰ ਆਬਜੈਕਸ਼ਨ ਲਾਇਆ ਸੀ ਔਰ ਜਿਹਦੇ ਕਰਕੇ ਹਾਈ ਕੋਰਟ ਤੋਂ ਇਹਦੇ ਉੱਤੇ ਸਟੇ ਲੱਗ ਗਿਆ ਸੀ, ਉਹਨਾਂ ਨੂੰ ਵੀ ਇਸ ਸਕੀਮ ਦੇ ਵਿੱਚ ਪਾਉਣ ਦੀ ਗੱਲ ਕੀਤੀ ਸੀ। ਗਵਰਨਰ ਸਾਹਿਬ ਨੇ ਇਹ ਚਿੱਠੀ ਲਿਖੀ ਕਿ ਜਿਹੜਾ ਤੁਸੀਂ ਆਟਾ ਕਰ ਰਹੇ ਹੋ, ਉਹਦੇ ਨਾਲ ਕਈ ਡਿਪੋ ਹੋਲਡਰ ਉਹ ਵੀ ਇੱਕ ਤਰੀਕੇ ਨਾਲ ਅਨਐਮਪਲੋਇਡ ਹੋ ਜਾਣਗੇ। ਨਾਲ ਦੇ ਨਾਲ ਆਟੇ ਦੀ ਕੁਆਲਿਟੀ ਨੂੰ ਚੈੱਕ ਕਰਨ ਵਾਸਤੇ ਕੋਈ ਸੌਦਾ, ਕਿਉਂਕਿ ਜਦ ਕਣਕ ਜਾਂ ਹੋਰ ਵੀ ਕੋਈ ਚੀਜ਼ ਆਟਾ ਬਣ ਜਾਂਦੀ ਹੈ ਤੇ ਉਹਦੇ ਵਿੱਚ ਕੁਆਲਿਟੀ ਕੰਟਰੋਲ ਕਰਨਾ ਬੜਾ ਔਖਾ ਹੈ, ਔਰ ਕਿਸੇ ਵੀ ਤਰੀਕੇ ਨਾਲ ਗਲਤ ਤਰੀਕੇ ਨਾਲ ਅਗਰ ਇਹ ਚੀਜ਼ ਪਹੁੰਚ ਗਈ ਤੇ ਫਿਰ ਉਹਦਾ ਇੱਕ ਸਮਾਧਾਨ ਬਹੁਤ ਔਖਾ ਹੈ।
ਲੈਟਰ ਤੇ ਆਟੇ ਦੇ ਬਾਰੇ ਸੀਗਾ, ਪਰ ਇਹਦੇ ਵਿੱਚ ਦਰਦ ਉਹਨਾਂ ਦਾ ਪੁਰਾਣਾ ਵੀ ਝਲਕ ਰਿਹਾ ਸੀ ਜਦ ਉਹਨਾਂ ਨੇ ਕਿਹਾ ਪਿਛਲੇ ਲਿਖੇ ਹੋਏ ਲੈਟਰ ਵੀ ਹਜੇ ਤੱਕ ਜਵਾਬ ਮੰਗਦੇ ਪਏ ਨੇ। ਧਾਰਾ 167 ਦਾ ਵੀ ਜ਼ਿਕਰ ਕੀਤਾ ਉਹਨਾਂ ਨੇ, ਔਰ ਉਹਨਾਂ ਨੇ ਇਹ ਵੀ ਯਾਦ ਦਿਲਾਇਆ ਕਿ ਅੰਬੇਡਕਰ ਸਾਹਿਬ ਦੀ ਜਿਹੜੀ ਫੋਟੋ ਲਾ ਕੇ ਤੁਸੀਂ ਪਿੱਛੇ ਫੋਟੋ ਲਾਉਂਦੇ ਹੋ ਦਫ਼ਤਰਾਂ ਦੇ ਵਿੱਚ, ਉਹਨਾਂ ਦੀ ਕੀਤੀ ਹੋਈ ਗੱਲਾਂ, ਉਹਨਾਂ ਦੇ ਲਿਖੇ ਹੋਏ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੇ ਔਰ ਅਨਕਨਸਟੀਟਿਊਸ਼ਨਲ ਗੱਲਾਂ ਤੇ ਅੱਗੇ ਵਧ ਰਹੇ ਹੋ। ਵਿਹਲਾ ਕਹਿਣ ਦੇ ਉੱਤੇ ਵੀ ਉਹਨਾਂ ਨੇ ਆਬਜੈਕਸ਼ਨ ਇਸ ਲੈਟਰ ਦੇ ਵਿੱਚ ਪਾਤਾ ਕਿ ਵੀ ਜੇ ਤੁਸੀਂ ਮੈਨੂੰ ਵਿਹਲੜ ਕਹਿੰਦੇ ਸੀਗੇ ਤੇ ਆਹ ਜਿਹੜੀ ਗੱਲ ਹੈਗੀ ਆ ਅਨਪਾਰਲੀਮੈਂਟਰੀ ਸ਼ਬਦ ਹੈਗਾ। ਯਾਨੀ ਹਰ ਗੱਲ ਦੇ ਵਿੱਚ, ਪਿਛਲੀ ਵਾਰ ਵੀ ਜਦ ਚਿੱਠੀ ਲਿਖੀ ਸੀ ਉਹਦੇ ਵਿੱਚ ਲਵ ਲੈਟਰ ਦਾ ਜ਼ਿਕਰ ਕੀਤਾ ਸੀ ਉਹਨਾਂ ਨੇ, ਤੁਸੀਂ ਮੈਨੂੰ ਇਹ ਕਹਿੰਦੇ ਹੋ ਕਿ ਲਵ ਲੈਟਰ ਲਿਖਦਾ ਮੈਂ ਤੁਹਾਨੂੰ, ਔਰ ਉਸ ਤੋਂ ਪਹਿਲੇ ਜਾਂ ਤੁਹਾਡਾ ਹੈਲੀਕਾਪਟਰ ਅੱਜ ਤੋਂ ਨਹੀਂ ਲੈਣਾ। ਇਹ ਸਾਰੀ ਗੱਲਾਂ ਤਲਖੀ ਦੀਵਾਰੀ ਵਾਲੀ ਵੱਧ ਰਹੀਆਂ। ਔਰ ਹੁਣ ਇੱਕ ਚਿੱਠੀ ਹੋਰ ਉਹ ਮੁੱਖ ਮੰਤਰੀ ਕੋਲ ਪਹੁੰਚ ਗਈ ਹੈ, ਕੀ ਜਵਾਬ ਦਿੰਦੇ ਨੇ, ਕਿਉਂਕਿ ਅਗਲੀ ਚਿੱਠੀਆਂ ਦਾ ਤੇ ਜਵਾਬ ਉਹਨਾਂ ਨੂੰ ਦਿੱਤਾ ਨਹੀਂ, ਇਸ ਚਿੱਠੀ ਦਾ ਵੀ ਕੋਈ ਜਵਾਬ ਦਿੰਦੇ ਨੇ ਜਾਂ ਇਸ ਚਿੱਠੀ ਦੇ ਜਵਾਬ ਨਾ ਦੇਣ ਤੇ ਕੋਈ ਆਟੇ ਵਾਲੀ ਸਕੀਮ ਦੇ ਉੱਤੇ, ਰਾਸ਼ਨ ਵਾਲੀ ਸਕੀਮ ਦੇ ਉੱਤੇ ਕੋਈ ਅਸਰ ਪੈਂਦਾ ਹੈ, ਇਹ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ। ਭਾਸਕਰ ਸਾਹਿਬ, ਗੱਲਾਂ ਤੁਹਾਡੀਆਂ ਸਾਰੀਆਂ ਠੀਕ ਹੈ। ਮੈਨੂੰ ਲੱਗਦਾ ਗਵਰਨਰ ਸਾਹਿਬ ਜਿੱਦਾਂ ਸਰਕਾਰੀ ਮਹਿਕਮਿਆਂ ਵਾਲੇ ਇੱਕ ਰਿਮਾਈਂਡਰ, ਇੱਕ ਚਿੱਠੀ, ਇੱਕ ਰਿਮਾਈਂਡਰ, ਇੱਕ ਹੋਰ ਰਿਮਾਈਂਡਰ, ਇੱਕ ਹੋਰ ਰਿਮਾਈਂਡਰ, ਹੈ ਨਾ, ਕਾਰਵਾਈ ਕਰਾਂਗੇ, ਇੱਕ ਪੂਰਾ ਰਿਕਾਰਡ ਬਣ ਜਾਂਦਾ। ਕੱਲ ਨੂੰ ਫਿਰ ਕੋਰਟ ਕਚਹਿਰੀ ਜਦੋਂ ਮਾਮਲਾ ਜਾਂਦਾ ਕਹਿੰਦੇ ਜੀ ਅਸੀਂ ਇਹਨਾਂ ਨੂੰ ਇੰਨੀ ਵਾਰੀ ਕਿਹਾ ਸੀ, ਇਹਨਾਂ ਅੱਗੋਂ ਜਵਾਬ ਹੀ ਨਹੀਂ ਦਿੱਤਾ, ਤੇ ਬੰਦਾ ਨਿਹੱਥਾ ਜਿਹਾ ਹੋ ਜਾਂਦਾ। ਮੁੱਖ ਮੰਤਰੀ ਸਾਹਿਬ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਧਾਰਾ 167 ਥੱਲੇ ਤੁਸੀਂ ਵੀ ਪਾਬੰਦ ਹੋ ਜਵਾਬ ਦੇਣ ਤੇ ਤੁਸੀਂ ਵੀ ਕੌਂਸਲ ਆਫ ਮਿਨਿਸਟਰ ਦੀ ਏਡ ਤੇ ਐਡਵਾਈਸ ਤੇ ਹੀ ਕੰਮ ਕਰਨਾ। ਦੋਨਾਂ ਨੂੰ ਗਵਰਨਰ ਸਾਹਿਬ ਬਾਰ-ਬਾਰ ਯਾਦ ਕਰਾਉਂਦੇ ਵੀ ਮੈਂ ਤਾਂ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਨੁਸਾਰ ਪੂਰੀ ਤਰ੍ਹਾਂ ਅੱਗੇ ਵੱਧਦਾ ਪਿਆ, ਪਰ ਤੁਸੀਂ 167 ਵਾਲੀ ਗੱਲ ਦੇ ਉੱਤੇ ਮੈਨੂੰ ਕੋਈ ਜਵਾਬ ਨਹੀਂ ਦੇ ਰਹੇ। ਮੈਨੂੰ ਲੱਗਦਾ ਅਗਲੀ ਵਾਰੀ ਇਹ ਕੇਸ ਫਸੂਗਾ। ਪੰਜਾਬ ਸਰਕਾਰ ਨੂੰ ਝਿੜਕਾਂ ਤਾਂ ਪਵਾ ਹੀ ਦੇਣਗੇ ਗਵਰਨਰ ਸਾਹਿਬ। ਮੈਨੂੰ ਲੱਗਦਾ ਹੋਰ ਲੋਕਤੰਤਰ ਦੇ ਵਿੱਚ ਹੋਣਾ ਵੀ ਕੀ ਹੁੰਦਾ, ਕਿਉਂਕਿ ਚੁਣੇ ਹੋਏ ਨੁਮਾਇੰਦੇ ਤੇ ਅਸੈਂਬਲੀਆਂ ਤੇ ਪਾਰਲੀਮੈਂਟ ਦੀ ਤਾਕਤ ਬੜੀ ਹੁੰਦੀ ਆ। ਸਿਰਫ ਕਿਸੇ ਮੁੱਖ ਮੰਤਰੀ ਜਾਂ ਕਿਸੇ ਪਾਰਟੀ ਨੂੰ 2-4 ਝਿੜਕਾਂ ਹੀ ਪੈ ਸਕਦੀਆਂ ਵੀ ਤੁਸੀਂ ਅਨਕਨਸਟੀਟਿਊਸ਼ਨਲ ਕਿਉਂ ਕਰ ਰਹੇ ਹੋ ਜੀ, ਕਿਉਂ ਨਹੀਂ ਮੰਨਦੇ। ਮੈਨੂੰ ਲੱਗਦਾ ਮੁੱਖ ਮੰਤਰੀ ਨੂੰ ਵੀ ਪਤਾ ਵੀ ਕੀ ਕਰ ਲੋਗੇ ਵੱਧ ਤੋਂ ਵੱਧ, ਜੇ ਲੜਾਈ ਉੱਪਰ ਜਾਊਗੀ ਉਹਨੇ ਮਸ਼ਹੂਰ ਹੋਣਗੇ। ਸਾਡੇ ਇੱਧਰ ਪਿੰਡਾਂ 'ਚ ਕਹਿੰਦੇ ਹੁੰਦੇ ਨਾ, ਬਦਨਾਮ ਹੋਣਗੇ ਤਾਂ ਕਿਆ ਨਾਮ ਨਹੀਂ ਹੋਗਾ। ਮੈਨੂੰ ਇਹਦੇ ਉੱਤੇ ਇੰਦਰਪ੍ਰੀਤ ਜੀ ਇੱਕ ਛੋਟੀ ਜਿਹੀ ਟਿੱਪਣੀ ਦੇ ਦਿਓ। ਗਵਰਨਰ ਸਾਹਿਬ ਆਪਣਾ ਬਸਤਾ ਭਾਰਾ ਕਰ ਰਿਹਾ ਜਿਹੜਾ ਉਹਨਾਂ ਲੈ ਕੇ ਜਾਂ ਤਾਂ ਹੋਮ ਮਿਨਿਸਟਰੀ ਕੋਲ ਜਾਂ ਰਾਸ਼ਟਰਪਤੀ ਕੋਲ ਜਾਂ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲੇ ਨੇ ਇੱਕ ਨਾ ਇੱਕ ਦਿਨ ਖੁੱਲ ਜਾਣਾ। ਬਿਲਕੁਲ, ਦੇਖੋ ਜਿਸ ਤਰ੍ਹਾਂ ਦੇ ਪਿਛਲਾ ਸੈਸ਼ਨ ਅਨਕਨਸਟੀਟਿਊਸ਼ਨਲ ਕਰਾਰ ਦਿੱਤਾ ਉਹਨਾਂ ਨੇ, ਵੀ ਅਸੰਵਿਧਾਨਿਕ ਹੈ, ਇਹ ਗੈਰ ਕਾਨੂੰਨੀ। ਤਾਂ ਮੈਨੂੰ ਲੱਗਦਾ ਕਿ ਜਿਹੜੀ ਸਰਕਾਰ ਹੈ ਉਹਦੇ ਕੋਲ ਫਿਰ ਉਹਨੂੰ ਆਪਸ਼ਨ ਕੀ ਹੈ ਸਿਵਾਏ ਇਸਦੇ ਕਿ ਕੋਰਟ 'ਚ ਜਾਇਆ ਜਾਏ, ਤੇ ਜੇ ਕੋਰਟ 'ਚ ਗਏ ਤਾਂ ਆਹ ਭਾਰਾ ਬਸਤਾ ਵੀ ਉੱਥੇ ਨਾਲ ਜਾਏਗਾ। ਮੈਨੂੰ ਲੱਗਦਾ ਕਿ ਗਵਰਨਮੈਂਟ, ਜਿਹੜੇ ਰਾਜਪਾਲ ਸਾਹਿਬ ਨੇ, ਉਹ ਆਪਣਾ ਪੱਖ ਇਸ ਵਾਰ ਇੰਨਾ ਕੁ ਮਜ਼ਬੂਤ ਕਰ ਲੈਣਾ ਚਾਹੁੰਦੇ ਹੈ ਕਿ ਉੱਥੇ ਸਾਰੀਆਂ ਝਿੜਕਾਂ ਜਿਹੜੀਆਂ ਨੇ ਉਹ ਮੁੱਖ ਮੰਤਰੀ ਨੂੰ ਹੀ ਪਏ, ਉਹਨਾਂ ਦੇ ਉੱਤੇ ਕੁਝ ਨਾ ਆਏ। ਕਿਉਂਕਿ ਪਿਛਲੀ ਵਾਰ ਥੋੜਾ ਜਿਹਾ ਹਲਕੀ ਜੀ ਆਈ ਸੀ ਉਹਨਾਂ ਦੇ ਵੀ ਗਵਰਨਰ ਮੰਤਰੀ ਪਰਿਸ਼ਦ ਦੀ ਵੱਲੋਂ ਪਾਸ ਕੀਤੀ ਹੋਈ ਕਿਸੇ ਚੀਜ਼ ਨੂੰ ਰੋਕ ਨਹੀਂ ਸਕਦਾ, ਖਾਸ ਤੌਰ ਤੇ ਬਜਟ ਸੈਸ਼ਨ। ਇਸੇ ਕਰਕੇ ਜਿਹੜੀ ਹੋਣ ਵਾਲੀ ਹੈ ਉਹ ਜ਼ਿਆਦਾ ਇੰਪੋਰਟੈਂਟ ਹੋਗੀ ਅਗਰ ਸੁਪਰੀਮ ਕੋਰਟ ਦੇ ਵਿੱਚ ਇਸੇ ਮਾਮਲੇ ਨੂੰ ਲਿਜਾਇਆ ਗਿਆ। ਦੂਸਰੀ ਗੱਲ ਜਿਹੜੀ ਆਟਾ ਦਾਲ ਯੋਜਨਾ ਵਾਲੀ ਸੀ, ਮੈਂ ਸਿਰਫ ਉਸ ਦੇ ਵਿੱਚ ਹਲਕੀ ਜੀ ਇੱਕੋ ਟਿੱਪਣੀ ਕਰਨੀ ਹੈ। ਮੈਂ ਇਹ ਕਰਨਾ ਸੀ ਕਿ ਬਿਲਕੁਲ ਅਸੀਂ ਇਹ ਜਿਹੜਾ ਕੰਮ ਕਰ ਰਹੇ ਨੇ ਵੀ ਘਰ ਘਰ ਹੁਣ ਆਟਾ ਵੀ ਪਹੁੰਚਾ ਦੇਣਾ ਹੈ। ਕੱਲ ਨੂੰ ਇਹ ਨਾ ਹੋਵੇ ਵੀ ਅਸੀਂ ਇਹ ਕਹੀਏ ਵੀ ਰੋਟੀਆਂ ਵੀ ਤੁਹਾਨੂੰ ਬਣਾ ਕੇ ਹੀ ਦੇਵਾਂਗੇ, ਖਵਾ ਮੂੰਹ 'ਚ ਵੀ ਤੁਹਾਡੇ ਪਾ ਦਿੰਦੇ ਆ। ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਸਰਕਾਰਾਂ ਕਰਨ ਲੱਗ ਗਈਆਂ ਨਾ, ਇਹ ਬਹੁਤ ਮੈਨੂੰ ਲੱਗਦਾ ਖਰਾਬ ਹੈ, ਇਹ ਸਿਸਟਮ ਨੂੰ ਖਰਾਬ ਕਰ ਰਹੀਆਂ ਨੇ। ਦੇਖੋ ਐਕਟ ਦੇ ਵਿੱਚ ਪਹਿਲਾਂ ਹੀ ਪ੍ਰੋਵੀਜ਼ਨ ਹੈ, ਉਹ ਪ੍ਰੋਵੀਜ਼ਨ ਸਿਰਫ ਉਹਨਾਂ ਲੋਕਾਂ ਵਾਸਤੇ ਨੇ ਜਿਹੜੇ ਲੋਕ ਉੱਥੇ ਰਾਸ਼ਨ ਡਿਪੂ ਤੱਕ ਨਹੀਂ ਜਾ ਸਕਦੇ। ਯਾਨੀ ਕਿ ਬਹੁਤ ਜ਼ਿਆਦਾ ਜਿਹੜੇ ਬਜ਼ੁਰਗ ਨੇ, 70-80 ਸਾਲ ਦੇ ਜਿਹੜੇ ਬਜ਼ੁਰਗ ਨੇ ਔਰ ਇਕੱਲੇ ਹੀ ਰਹਿੰਦੇ ਨੇ, ਨਹੀਂ ਜਾ ਸਕਦੇ, ਜਾਂ ਵਿਕਲਾਂਗ ਲੋਕ ਨੇ, ਉਹ ਨਹੀਂ ਜਾ ਸਕਦੇ ਉੱਥੇ। ਉਹਨਾਂ ਦੀ ਤਾਂ ਇੱਕ ਮਜਬੂਰੀ ਸਮਝ ਆਉਂਦੀ ਹੈ ਕਿ ਹਾਂਜੀ ਇਹ ਸਰਕਾਰ ਸਮਾਜਿਕ ਸਰਕਾਰਾਂ ਨਾਲ ਵੀ ਉਹ ਹੈਗੀ ਹੈ, ਤਾਂ ਇਹਨਾਂ ਨੂੰ ਤਾਂ ਉੱਥੇ ਇਹ ਪੂਰੇ ਕਰਨੇ ਪੈਣਗੇ। ਠੀਕ ਹੈ, ਅਗਰ ਇਹਨਾਂ ਤੱਕ ਸੀਮਿਤ ਹੈ, ਪਰ ਤੁਸੀਂ ਹਰ ਇੱਕ ਬੰਦੇ ਨੂੰ ਕਹੋਗੇ ਕਿ ਅਸੀਂ ਤੁਹਾਡੇ ਘਰ ਪਹੁੰਚਾ ਕੇ ਆਉਂਦੇ ਹਾਂ, ਤਾਂ ਮੈਨੂੰ ਲੱਗਦਾ ਇਹ ਠੀਕ ਨਹੀਂ। ਦੂਜੀ ਗੱਲ ਇਹ ਕਿ ਜਿਹੜੀਆਂ ਕਾਰਪੋਰੇਸ਼ਨਾਂ ਨੇ ਇਹ ਕੰਮ ਕਰਨਾ ਹੈ, ਸਪੋਜ਼ ਪਨਗ੍ਰੇਨ ਦਾ ਕਰਾ ਦਿਓ ਤੁਸੀਂ, ਮਾਰਕਫੈਟ ਨੂੰ ਕਹਿ ਦਿਓ, ਪਨਸਪ ਨੂੰ ਕਹਿ ਦਿਓ। ਪਨਸਪ ਤਾਂ ਚਲੋ ਹੁਣ ਇਹਦੇ ਵਿੱਚ ਪਨਗ੍ਰੇਨ 'ਚ ਹੀ ਮਰਜ ਹੋ ਗਿਆ, ਹੁਣ ਅਸੀਂ ਉਹਦੇ 'ਚ ਨਹੀਂ ਜਾਂਦੇ। ਪਰ ਤੁਸੀਂ ਦੇਖੋ ਇਹ ਜਿਹੜੀਆਂ ਵੱਡੀਆਂ ਸੰਸਥਾਵਾਂ ਸੀ ਇਹਨਾਂ ਨੂੰ ਵੀ ਕਰਜ਼ਾਈ ਕਰ ਦੋ। ਪਹਿਲਾਂ ਵੀ ਕੀਤਾ, ਪਹਿਲਾਂ ਵੀ ਅਕਾਲੀ ਭਾਜਪਾ ਨੇ ਜਿਹੜੀ ਆਟਾ ਦਾਲ ਸਕੀਮ ਇਹਨਾਂ ਤੇ ਪਾਈ, ਤੇ ਦੋਨੋਂ ਪਨਸਪ ਔਰ ਮਾਰਕਫੈਟ ਦੋਨੋਂ ਹੀ 1200 ਕਰੋੜ ਰੁਪਏ ਦੇ ਕਰਜ਼ੇ ਥੱਲੇ ਅੱਜ ਵੀ ਹੈਗੀਆਂ ਨੇ। ਅੱਜ ਵੀ ਉਹ ਜਿਹੇ ਕਰਜ਼ੇ ਮੁੱਕੇ ਨਹੀਂ, ਉੱਥੇ ਹੀ ਖੜੇ ਨੇ, ਸਟੈਂਡ ਕਰ ਰਹੇ। ਤਾਂ ਤੁਸੀਂ ਉੱਤੋਂ ਇੱਕ ਹੋਰ ਜਿਹੜਾ ਬੋਝ ਇਹਨਾਂ ਦੇ ਉੱਤੇ ਪਾਉਣ ਲੱਗੇ ਹੋ। ਮੈਨੂੰ ਲੱਗਦਾ ਕਿ ਇਹ ਜਿਹੜੀਆਂ ਕਾਰਪੋਰੇਸ਼ਨਾਂ ਨੇ ਜਿਨ੍ਹਾਂ ਦਾ ਕੰਮ
ਇਹ ਨਹੀਂ ਹੈਗਾ ਕਿ ਉੱਥੇ ਘਰ ਘਰ ਪਹੁੰਚਾਉਣ। ਉਹਨਾਂ ਦਾ ਕੰਮ ਤਾਂ ਇਹ ਹੈ ਕਿ ਕਿਸਾਨਾਂ ਦੀ ਉਗਾਈ ਹੋਈ ਚੀਜ਼ ਨੂੰ ਪ੍ਰੋਸੈਸ ਕਰਨ ਤੇ ਉਹਨਾਂ ਨੂੰ ਬਾਹਰਲੇ ਕੰਟਰੀਆਂ 'ਚ ਭੇਜਣ ਤਾਂ ਕਿ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਵੱਧ ਸਕੇ। ਅਸੀਂ ਉਲਟੀ ਦਿਸ਼ਾ ਵੱਲ ਕੰਮ ਕਰ ਰਹੇ ਹਾਂ ਤਾਂ ਮੈਨੂੰ ਲੱਗਦਾ ਕਿ ਅਸੀਂ ਤਾਂ ਬਿਲਕੁਲ ਹੀ ਨਿਕੰਮੇ ਨਕਾਰਾ ਕਰ ਦਾਂਗੇ ਉਹਨਾਂ ਨੂੰ। ਤੇ ਪੰਜਾਬ ਦਾ ਕਿਸਾਨ ਨਕਾਰਾ ਹੋਣਾ ਕਦੇ ਗਵਾਰਾ ਨਹੀਂ ਕਰਦਾ ਆਪਣੇ ਆਪ ਨੂੰ। ਉਹ ਤਾਂ ਉਹਦੀ ਤਾਂ ਜਿਹੜੀ ਸਟਰੈਂਥ ਹੈ ਹੀ ਇਹ ਕਿ ਉਹ ਮਿਹਨਤ ਕਸ਼ ਹੈ। ਤੇ ਅਸੀਂ ਮੈਨੂੰ ਲੱਗਦਾ ਕਿ ਜਿਹੜੀ ਇਹ ਉਲਟੀ ਦਿਸ਼ਾ ਵੱਲ ਪੰਜਾਬੀਆਂ ਨੂੰ ਪਾਤਾ, ਇਹ ਕੰਮ ਬਹੁਤ ਖਰਾਬ ਹੋ ਰਿਹਾ। ਸਾਡੀ ਸਟਰੈਂਥ ਹੀ ਖਤਮ ਕਰ ਦੇਣਗੇ। ਕੱਲਾ ਖਰਾਬ ਨਹੀਂ ਕਰਤਾ, ਖਰਾਬ ਕੀਤਾ ਜਾਊਗਾ। ਦੇਖੋ ਨਾ ਵੀ ਇੱਕ ਇਲੈਕਸ਼ਨ 'ਚ ਇਹ ਸਾਰੇ ਵਾਅਦੇ ਹੋ ਗਏ, ਅਗਲੇ ਇਲੈਕਸ਼ਨ 'ਚ ਇਹ ਤੋਂ ਵੱਡੇ ਵਾਅਦੇ ਕਰਨੇ ਪੈਣਗੇ, ਕਿਉਂਕਿ ਤੁਹਾਨੂੰ ਇੱਕ ਦੂਜੇ ਦੇ ਉੱਤੋਂ ਦੀ ਚੜ੍ਹ ਕੇ ਛਾਲ ਮਾਰਨੀ, ਮੋਢਿਆਂ ਤੋਂ ਦੀ ਟੱਪਣਾ। ਤੇ ਮੈਨੂੰ ਲੱਗਦਾ ਵੀ ਅਗਲਾ ਜਿਹੜਾ ਨਾ ਜੀ, ਜੇ ਕਿਤੇ ਇਹਨਾਂ ਨੇ ਇਦਾਂ ਹੀ ਰੱਖਿਆ ਤੇ ਕਾਂਗਰਸ ਵਾਲੇ ਨਾ ਕਹਿਣ ਵੀ ਆਪਾਂ ਕਮਿਊਨਿਟੀ ਕਿਚਨ ਦਿਆਂਗੇ, ਹਰ ਮੁਹੱਲੇ ਦੇ ਵਿੱਚ ਇੱਕ ਕਮਿਊਨਿਟੀ ਕਿਚਨ ਹੋਏਗੀ, ਤੁਹਾਡੇ ਘਰ ਦੇ ਵਿੱਚ ਕੋਈ ਚੁੱਲ੍ਹਾ ਨਹੀਂ ਬਲਣਾ ਚਾਹੀਦਾ। ਭਗਵੰਤ ਮਾਨ ਕਹਿੰਦੇ ਹੁੰਦੇ ਸੀ ਚੁੱਲ੍ਹਿਆਂ 'ਚ ਘਾਹ ਉਗਾਏ, ਅਸੀਂ ਚੁੱਲ੍ਹਿਆਂ ਨੂੰ ਦੁਬਾਰਾ ਹੱਸਦੇ ਰਸਤੇ ਬਣਾਉਣਾ, ਚੌਂਕੇ ਚੁੱਲ੍ਹੇ ਸਵਾਰਨੇ ਆ। ਤੇ ਇਹ ਕਹਿਣਗੇ ਵੀ ਤੁਹਾਡੇ ਚੁੱਲ੍ਹੇ 'ਚ ਧੂੰਆਂ ਨਹੀਂ ਉੱਠਣ ਦੇਣਾ ਯਾਰ, ਐਵੇਂ ਅੱਖਾਂ 'ਚ ਪਾਣੀ ਆਉਂਦਾ। ਉਹ ਕਮਿਊਨਿਟੀ ਕਿਚਨ ਦਾ ਕਨਸੈਪਟ ਦੇਣਗੇ ਕਾਂਗਰਸ ਵਾਲੇ। ਅਕਾਲੀ ਦਲ ਕੋਲ ਫਿਰ ਕੀ ਬਚਦਾ? ਉਹ ਕਹਿੰਦੇ ਨਾ ਸਵੇਰੇ ਬੈਠੀ ਵੀ ਅਸੀਂ ਘਰ ਦੇ ਕੇ ਜਾਵਾਂਗੇ। ਭਾਸਕਰ ਸਾਹਿਬ, ਇਹ ਗੱਲਾਂ ਆਉਣ ਵਾਲੀਆਂ ਨੇ, ਇਹ ਸਾਡੀ ਤਰਾਸਦੀ ਆ, ਹਾਸਾ ਠੱਠਾ ਨਹੀਂ ਆ। ਅਸੀਂ ਹਰ ਬੰਦੇ ਦੇ ਹੱਡਾਂ 'ਚ ਇੰਨਾ ਪਾਣੀ ਪਾ ਦੇਣਾ ਹੈ ਕਿ ਭਾਈ ਤੂੰ ਹਿੱਲਣਾ ਨਹੀਂ ਬੈੱਡ ਤੋਂ। ਫਿਰ ਅਗਲੀ ਆਮ ਆਦਮੀ ਪਾਰਟੀ ਕਹੂਗੀ ਵੀ ਇਹਦੇ ਨਾਲ ਬਿਮਾਰੀਆਂ ਆਉਣੀਆਂ। ਅਸੀਂ ਤੁਹਾਡੇ ਮੁਫਤ ਇਲਾਜ ਦਾ ਪ੍ਰਬੰਧ ਕਰਨ ਲਈ ਤੁਹਾਡੇ ਮੂੰਹ 'ਚ ਗੋਲੀ ਪਾ ਕੇ ਜਾਇਆ ਕਰਾਂਗੇ, ਠੀਕ ਹੈ? ਤੁਹਾਨੂੰ ਕੋਈ ਚੀਜ਼ ਖਾਧੀ ਹੋਈ ਪਚਣੀ ਕਿੱਦਾਂ ਬੈੱਡ ਤੋਂ ਉੱਠੇ ਬਿਨਾਂ, ਤੁਸੀਂ ਵੇਖਣਾ ਸੋਸ਼ਲ ਮੀਡੀਆ, ਉਹਦੇ ਤੇ ਅਸੀਂ ਹਾਜ਼ਰ ਹੋਵਾਂਗੇ, ਅਸੀਂ ਕੱਢਾਂਗੇ ਇੱਕ ਦੂਜੇ ਨੂੰ ਗਾਲਾਂ। ਤੁਸੀਂ ਆਪਣੇ ਫੋਨ ਤੋਂ ਇੱਧਰ ਉੱਧਰ ਨਹੀਂ ਜਾਣਾ। ਤੇ ਫਿਰ ਡਾਟਾ ਕੌਣ ਦੇਊਗਾ? ਫਿਰ ਡਾਟਾ ਦੇਣ ਦੀ ਗੱਲ ਆਊਗੀ। ਤੁਸੀਂ ਇੱਥੋਂ ਨਹੀਂ ਹਿੱਲਣਾ। ਮੈਂ ਮੁੱਖ ਮੰਤਰੀ ਵਜੋਂ ਇੱਕ ਪੋਸਟ ਪਾਊਂਗਾ, ਸੁਖਬੀਰ ਸਿੰਘ ਬਾਦਲ ਉਤੋਂ ਹੋਰ ਭੈੜੀ ਪਾਉਣਗੇ, ਰਾਜਾ ਵੜਿੰਗ ਕਹਿਣਗੇ ਲੱਭ ਕੇ ਲਿਆਓ ਓਏ ਮੈਂ ਕੀ ਪਾਵਾਂ। ਹਾਂਜੀ, ਇਸੇ ਤਰ੍ਹਾਂ ਸੁਖਜਿੰਦਰ ਰੰਧਾਵਾ, ਪ੍ਰਤਾਪ ਬਾਜਵਾ, ਬਾਕੀ ਜਿੰਨੇ ਵੀ ਹੋਰ ਹੋਣਗੇ। ਭਾਸਕਰ ਸਾਹਿਬ, ਦੇਵ ਮਾਨ ਦਾ ਕੀ ਬਣਿਆ ਦੱਸਿਓ ਜਰਾ। ਦੇਖੋ, ਦੇਵ ਮਾਨ ਉਹਨਾਂ ਦੇ ਨਾਲ ਬੜਾ ਮਾੜੀ ਗੱਲ ਹੋਈ। ਉਹਨਾਂ ਨੇ ਮੰਗ ਲਿਆ ਸੀਗਾ ਦਲਿਤ ਮੁੱਖ ਮੰਤਰੀ, ਕਹਿੰਦੇ ਵੀ ਲਾਓ ਔਰ ਮੈਂ ਵੀ ਹੈਗਾ। ਉਸ ਤੋਂ ਬਾਅਦ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਦੇਵ ਮਾਨ ਉਹਨਾਂ ਸਾਈਡਲਾਈਨ ਕੀਤੇ ਗਏ। ਇਹਨਾਂ ਸਾਰੀ ਗੱਲਾਂ ਦੇ ਵਿੱਚ ਹੁਣ ਇੱਕ ਗੱਲ ਨਿਕਲ ਕੇ ਆਈ ਹੈ ਕਿ ਦੇਵ ਮਾਨ ਦੇ ਨਜ਼ਦੀਕੀ ਬੰਦਿਆਂ ਨੇ ਵੀ ਇਹ ਗੱਲ ਮੰਨ ਲਈ ਹੈ ਕਿ ਜਿਹੜਾ ਦੇਵ ਮਾਨ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ। ਹਾਲਾਂਕਿ ਡੀਸੀ ਸਾਹਿਬਾ ਦੇ ਨਾਲ ਜਦ ਇਹ ਗੱਲ ਹੁੰਦੀ ਹੈ, ਉਹ ਕਹਿੰਦੇ ਨੇ ਕਿ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਪਿਛਲੇ ਦਿਨਾਂ ਦੇ ਵਿੱਚ ਡਿਸਟ੍ਰਿਕਟ ਪਲੈਨਿੰਗ ਬੋਰਡ ਦੀ ਮੀਟਿੰਗ ਸੀਗੀ। ਉਸ ਪਲੈਨਿੰਗ ਬੋਰਡ ਦੀ ਮੀਟਿੰਗ ਦੇ ਵਿੱਚ ਜਿਹੜੇ ਚੇਅਰਮੈਨ ਸੀਗੇ, ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਇਹ ਮੀਟਿੰਗ ਹੋਈ ਸੀ। ਉਹਦੇ ਵਿੱਚ ਦੇਵ ਮਾਨ ਨੂੰ ਕਿਉਂ ਨਹੀਂ ਬੁਲਾਇਆ ਗਿਆ, ਇਸ ਬਾਰੇ ਤੇ ਕੁਝ ਨਹੀਂ ਕਹਿੰਦੇ। ਪਰ ਨਾਰਮਲੀ ਤੁਸੀਂ ਇਹ ਦੇਖੋ ਕਿ ਜਦ ਵੀ ਕਿਸੇ ਡਿਸਟ੍ਰਿਕਟ ਗ੍ਰੀਵੈਂਸਸ ਕਮੇਟੀ ਦੀ ਮੀਟਿੰਗ ਹੁੰਦੀ ਹੈ, ਉਹਦੇ ਵਿੱਚ ਉਸ ਇਲਾਕੇ ਦਾ ਐਮਐਲਏ ਹੁੰਦਾ ਹੈ। ਇਹ ਪਹਿਲਾ ਇਨਸੀਡੈਂਟ ਸੀ ਜਦ ਐਮਐਲਏ ਨਹੀਂ ਸੀਗਾ, ਨਾ ਉਹਨੂੰ ਬੁਲਾਇਆ ਗਿਆ ਸੀ, ਨਾ ਉਹ ਇਨਵਾਈਟੀ ਲਿਸਟ ਦੇ ਵਿੱਚ ਸੀਗਾ। ਤੇ ਹੁਣ ਇਹ ਗੱਲਾਂ ਹੁੱਲੇ ਕਰਕੇ ਸਾਫ਼ ਹੋ ਰਹੀ ਹੈ ਕਿ ਮੁੱਖ ਮੰਤਰੀ ਦੇਵ ਮਾਨ ਉਹਨਾਂ ਤੋਂ ਨਾਰਾਜ਼ ਨੇ। ਤੁਸੀਂ ਇਹ ਗੱਲ ਕਹੀ ਕਿ ਉਹ ਉਹਨਾਂ ਦੇ ਹੀ ਕਿਤੇ ਤੋਂ ਬਿਲੋਂਗ ਕਰਦੇ ਨੇ, ਉਹਨਾਂ ਦੇ ਹੀ ਬੜੇ ਖਾਸ ਵੀ ਹੁੰਦੇ ਸੀਗੇ। ਪਰ ਹੁਣ ਉਹ ਨਜ਼ਦੀਕੀਆਂ ਨਹੀਂ ਰਹੀਆਂ। ਔਰ ਦੇਵ ਮਾਨ ਉਹਨਾਂ ਹੁਣ ਸਰਕਾਰੀ ਦਫ਼ਤਰਾਂ ਦੇ ਵਿੱਚ ਫੋਨ ਵੀ ਨਹੀਂ ਕਰਦੇ। ਉਹਨਾਂ ਨੂੰ ਪਤਾ ਅੱਗੋਂ ਜਵਾਬ ਆਉਣਾ, ਠੀਕ ਆ ਕਰ ਲਾਂਗੇ, ਦੇਖ ਲਾਂਗੇ, ਉਹ ਕਰ ਦਾਂਗੇ, ਕੋਈ ਕੰਮ ਕੁਮ ਹੁੰਦੇ ਨਹੀਂ ਉਹਨਾਂ ਦੇ। ਔਰ ਉਹਨਾਂ ਦੀ ਜਗ੍ਹਾ ਜਿਹੜੇ ਡਿਸਟ੍ਰਿਕਟ ਪਲੈਨਿੰਗ ਬੋਰਡ ਦੇ ਚੇਅਰਮੈਨ ਨੇ ਜੱਸੀ ਸੋਈਵਾਲਾ, ਉਹਨਾਂ ਨੂੰ ਤਵੱਜੋ ਦਿੱਤੀ ਜਾ ਰਹੀ ਆ। ਉਹਨਾਂ ਦੇ ਇੱਕ ਫੋਨ ਤੇ 4 ਕੰਮ ਹੋ ਜਾਂਦੇ ਨੇ ਔਰ ਇਹਨਾਂ ਦੇ 4 ਫੋਨ ਤੇ ਇੱਕ ਕੰਮ ਵੀ ਨਹੀਂ ਹੁੰਦੇ। ਹੁਣ ਏਦਾਂ ਦੀ ਸਥਿਤੀ ਉੱਥੇ ਨਾਭੇ ਦੇ ਵਿੱਚ ਬਣ ਗਈ। ਵੈਸੇ ਇੰਦਰਪ੍ਰੀਤ ਜੀ, ਜਦੋਂ ਕਿਸੇ ਨੂੰ ਚੁੰਡੀ ਵੱਢੋਗੇ ਨਾ, ਅਸਰ ਤੇ ਆਉਂਦਾ ਨਾ। ਫਿਰ ਚੁੰਡੀ ਵੱਢਣ ਵਾਲੇ ਨੂੰ ਕੋਈ ਨਾ ਕੋਈ ਅਸਰ ਤਾਂ ਦੇਖ ਹੀ ਰਹੇ ਅਸੀਂ। ਪਰ ਲੁਧਿਆਣੇ ਦੇ ਵਿੱਚ ਕਿਹੜੇ ਐਮਐਲਏਜ਼ ਨੇ ਚੁੰਡੀ ਵੱਢੀ ਸੀ? ਜਿਹੜੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਆਸੇ-ਪਾਸੇ ਸੱਜਣ ਦਾ ਮੌਕਾ ਨਹੀਂ ਦਿੱਤਾ, ਕਿਤੇ ਅਫਸਰਸ਼ਾਹੀ 'ਚ ਗੱਲ ਹੀ ਨਹੀਂ ਜਾਣ ਦਿੱਤੀ ਵੀ ਮੇਰੀ ਕਿਹਦੇ ਨਾਲ ਜ਼ਿਆਦਾ ਸਾਂਝ ਹੈ, ਕਿਹਦੀ ਮੈਂ ਸੁਣਦਾ ਹੈ। ਅਫਸਰ ਹੀ ਉਹਨਾਂ ਦੇ ਆਲੇ ਦੁਆਲੇ ਸੀ। ਕੱਲ ਆਪਣੇ ਰਾਏ ਸਾਹਿਬ ਏਡੀਜੀਪੀ ਸਾਹਿਬ ਸੀਗੇ, ਗੌਰਵ ਯਾਦਵ ਸੀਗੇ, ਮਨਦੀਪ ਸਿੰਘ ਸਿੱਧੂ, ਹੋਰ ਵੀ ਕਾਫੀ ਅਧਿਕਾਰੀ, ਤਾਂ ਪੂਰੇ ਸ਼ਾਨੋ ਸ਼ੌਕਤ ਨਾਲ ਇੰਜ ਲੱਗਦਾ ਸੀ ਸਾਰੀਆਂ ਸਾਂਝਾਂ ਇੱਥੇ ਕੀ ਨੇ। ਔਰ ਇਹ ਜਿਹੜੇ ਬਲਾਕ ਪ੍ਰਧਾਨ ਸੀ ਕੱਲ, ਉਹ ਕਾਫੀ ਕਿਸਮਤ ਵਾਲੇ ਨਿਕਲੇ। ਉਹਨਾਂ ਦਾ ਟੌਰ ਟਪੱਕਾ ਪੂਰਾ ਰਿਹਾ ਵੀ ਗੱਲ ਉਹਨਾਂ ਦੀ ਸੁਣੀ ਜਾ ਰਹੀ ਹੈ। ਮੈਨੂੰ ਤੁਰ ਕੇ ਦੱਸਿਓ ਗੱਲ ਵੀ ਦੇਵ ਮਾਨ ਨੇ ਤਾਂ ਡਿਪਟੀ ਸੀਐਮ ਵਾਲਾ ਮੁੱਦਾ ਉਠਾ ਕੇ ਮੁੱਖ ਮੰਤਰੀ ਸਾਹਿਬ ਦੀ ਤਾਕਤ ਵਿੱਚ ਸੇਧ ਲਾਉਣ ਦਾ ਯਤਨ ਕੀਤਾ ਸੀ। ਲੁਧਿਆਣੇ ਵਾਲਿਆਂ ਇਹੋ ਜਿਹੀ ਕਿਹੜੀ ਗਲਤੀ ਕੀਤੀ ਆ? ਉੱਥੇ ਵੈਸੇ ਐਮਐਲਏ ਉੱਥੇ ਵੀ ਖੜੱਪੇ ਹੀ ਨੇ ਸਾਰੇ। ਕੀ ਕਹਿੰਦੇ ਹੋ ਰੰਧਾਵਾ ਸਾਹਿਬ? ਅਸਲ 'ਚ ਮੁੱਖ ਮੰਤਰੀ ਪਰਸੋਂ ਹੀ, ਜਿਹੜਾ 31 ਜੁਲਾਈ ਨੂੰ ਹੀ ਆਪਾਂ ਪ੍ਰੋਗਰਾਮ ਇੱਥੇ ਸੀਗਾ ਇਹਨਾਂ ਦਾ ਸੁਨਾਮ, ਉਸ ਤੋਂ ਬਾਅਦ ਸਿੱਧਾ ਹੀ ਲੁਧਿਆਣੇ ਚਲੇ ਗਏ ਸੀ। ਆਪਾਂ ਕੱਲ
ਇਸ ਤੇ ਗੱਲ ਵੀ ਕਰ ਰਹੇ ਸੀ ਕਿ ਉਹ ਸਿੱਧਾ ਲੁਧਿਆਣੇ ਹੀ ਚਲੇ ਗਏ। ਤੇ ਉਹ ਰਾਤ ਨੂੰ ਜਿਹੜੇ ਉੱਥੇ ਮੀਟਿੰਗ ਹੋਈ ਹੈ ਉਹਦੇ ਬਾਰੇ ਸੀਗੀ। ਐਕਚੁਅਲੀ ਉੱਥੇ ਸਾਰੇ ਬਲਾਕ ਪ੍ਰਧਾਨ ਜਾਂ ਹੋਰ ਸੀਨੀਅਰ ਕਾਰਜਕਰਤਾ ਹੀ ਬੁਲਾਏ ਸੀ ਇਹਨਾਂ ਨੇ, ਆਪਣੇ ਕਿਸੇ ਵੀ ਐਮਐਲਏ ਨੂੰ ਨਹੀਂ ਸੱਦਿਆ। ਉਹਦਾ ਕਾਰਨ ਇਹ ਸੀ ਕਿ ਉਸ ਤੋਂ 2-3 ਦਿਨ ਪਹਿਲਾਂ ਹੀ ਜਿਹੜੀ ਦਿੱਲੀ ਤੋਂ ਇਹਨਾਂ ਦੀ ਇੱਕ ਫਲਾਈਂਗ ਟੀਮ ਆਈ ਹੋਈ ਹੈ, ਜਿਹੜੀ ਬਲਾਕ ਪ੍ਰਧਾਨਾਂ ਨਾਲ ਗੱਲ ਕਰ ਰਹੀ ਹੈ ਜਾਂ ਹੋਰ ਜਿੰਨੇ ਵੀ ਇਹਨਾਂ ਦੇ ਸੀਨੀਅਰ ਲੀਡਰਸ ਨੇ ਉਹਨਾਂ ਨਾਲ ਗੱਲ ਕਰ ਰਹੀ ਹੈ, ਆਪਣੇ ਐਮਐਲਏਜ਼ ਬਾਰੇ ਥੋੜੀ ਫੀਡਬੈਕ ਵੀ ਲੈ ਰਹੀ ਹੈ। ਉਹ ਫੀਡਬੈਕ ਬਹੁਤ ਗੰਦੀ ਆਈ ਸੀ। ਉਹ ਕਹਿੰਦੇ ਵੀ ਉਹ ਫੀਡਬੈਕ ਠੀਕ ਨਹੀਂ ਚਾਰੋਂ ਐਮਐਲਏਆਂ ਬਾਰੇ, ਤੇ ਉਹ ਮਤਲਬ ਉਹਨਾਂ ਬਾਰੇ ਕਰਪਸ਼ਨ ਦੇ, ਕਈਆਂ ਬਾਰੇ ਕਰਪਸ਼ਨ ਦੇ ਚਾਰजेस ਵੀ ਹੈਗੇ ਆ। ਸੋ ਉਹਨਾਂ ਨੇ ਜਿਹੜੀ ਇਹ ਚੀਜ਼ ਮਤਲਬ ਸੀਐਮ ਸਾਹਿਬ ਨੂੰ ਦੱਸੀ ਹੈ ਕਿ ਵੀ ਇਸ ਤਰ੍ਹਾਂ ਦੀ ਆ ਰਹੀ ਹੈ ਤੇ ਸਾਨੂੰ 24 ਔਖਾ ਹੋ ਜਾਣਾ, ਕਿਉਂਕਿ ਦੇਖੋ ਇਲੈਕਸ਼ਨ ਤਾਂ ਪਾਰਲੀਮੈਂਟ ਦਾ ਤਾਂ ਬੰਦਾ ਖੜਦਾ ਹੀ ਹੈ। ਅਸਲੀ ਇਲੈਕਸ਼ਨ ਤਾਂ ਜਿਹੜੀ ਲੜਾਉਂਦੇ ਨੇ ਉਹ ਤਾਂ ਐਮਐਲਏ ਹੀ ਲੜਾਉਂਦੇ ਆ। ਜਿਹੜੇ 9 ਹਲਕਿਆਂ ਦੇ ਐਮਐਲਏ ਆ ਜਾਂ ਤੁਹਾਡੇ 9 ਹਲਕਿਆਂ ਦੇ ਹਲਕਾ ਪ੍ਰਭਾਰੀ ਨੇ, ਉਹੀ ਐਕਚੁਅਲੀ ਤਾਂ ਇਲੈਕਸ਼ਨ ਲੜਦੇ ਆ, ਕਿਉਂਕਿ ਉਹਨਾਂ ਨੂੰ ਇਹ ਥੱਲੇ ਤੱਕ ਸਾਰੀ ਜਿਹੜੀ ਮਤਲਬ ਟੀਮ ਹੁੰਦੀ ਹੈ ਉਹਨਾਂ ਬਾਰੇ ਜਾਣਕਾਰੀ ਤਾਂ ਉਹਨਾਂ ਕੋਲ ਹੀ ਹੁੰਦੀ ਹੈ। ਸੋ ਉਹਨਾਂ ਬਾਰੇ ਜਦੋਂ ਇਸ ਕਿਸਮ ਦੀ ਰਿਪੋਰਟ ਆਏਗੀ ਤਾਂ ਨਿਸ਼ਚਿਤ ਰੂਪ ਨਾਲ ਮਤਲਬ ਜਿਹੜਾ ਹੈਗਾ ਉਹ ਕਿਸੇ ਵੀ ਮੁੱਖ ਮੰਤਰੀ ਲਈ ਇਹ ਔਖਾ ਹੋਏਗਾ ਕਿ ਉਹਨਾਂ ਦੇ ਐਮਐਲਏ ਦੀ ਰਿਪੋਰਟ ਅਗਰ ਖਰਾਬ ਆ ਰਹੀ ਹੈ ਤਾਂ ਉਹ ਉਹਨਾਂ ਨੂੰ ਕਿਵੇਂ ਸੈਟਲ ਕਰਨਾ ਹੈ ਇਹਦੀ ਜਾਣਨ ਦੀ ਕੋਸ਼ਿਸ਼ ਕਰਨ। ਤੇ ਉਹੀ ਉਹਨਾਂ ਦੀ ਐਬਸੈਂਸ 'ਚ ਫਿਰ ਉਹਨਾਂ ਨੇ ਖੁਦ ਵੀ ਬਲਾਕ ਪ੍ਰਧਾਨਾਂ ਨਾਲ ਗੱਲ ਕੀਤੀ ਹੈ। ਦੂਜਾ ਇਹ ਵੀ ਸੀ ਕਿ ਇੱਕ ਕੋਈ ਐਮਐਲਏ ਜਿਹੜਾ ਹੋਰ ਹੈਗਾ ਕਿਸੇ ਪਾਰਟੀ ਦਾ, ਉਹਦੇ ਵੀ ਪਾਰਟੀ 'ਚ ਆਉਣ ਦੇ ਚਰਚਾ ਚੱਲ ਰਹੀ। ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ 2024 ਦੇ ਵਿੱਚ ਆਮ ਆਦਮੀ ਪਾਰਟੀ ਕੋਲ ਵੀ ਇੰਨੇ ਸਸ਼ਕਤ ਉਮੀਦਵਾਰ ਨਹੀਂ ਹੈਗੇ, ਤੁਹਾਨੂੰ ਦੂਜੀ ਪਾਰਟੀਆਂ ਦੇ ਤੋਂ ਚੰਗੇ ਕੋਈ ਮਤਲਬ ਜਿਹੜੇ ਕੈਂਡੀਡੇਟ ਹੈਗੇ ਆ ਉਹ ਲੈਣੇ ਪੈਣਗੇ। ਤਾਂ ਉਸੇ ਮਤਲਬ ਦਿਸ਼ਾ 'ਚ ਵਧਦੇ ਹੋਏ ਬੜੀ ਚਰਚਾ ਸੀ ਕਿ ਕੱਲ ਇੱਕ ਹੋਰ ਐਮਐਲਏ ਜਿਹੜਾ ਹੈਗਾ ਉਹ ਪਾਰਟੀ 'ਚ ਆ ਰਿਹਾ, ਪਰ ਹਜੇ ਮਤਲਬ ਉਹਦਾ ਕੋਈ ਫਾਈਨਲ ਨਹੀਂ ਹੋਇਆ, ਲੇਕਿਨ ਚਰਚਾ ਚੱਲ ਰਹੀ ਹੈ। ਕਿਉਂਕਿ ਹੁਣ ਜੋ ਇਲੈਕਸ਼ਨ ਨੇੜੇ ਆਈ ਜਾਣਗੇ, ਲੋਕ ਨੇਤਾਵਾਂ ਦਾ ਇੱਕ ਪਾਰਟੀ ਤੋਂ ਦੂਜੀ ਪਾਰਟੀ, ਦੂਜੀ ਤੋਂ ਤੀਜੀ ਪਾਰਟੀ ਵੱਲ ਚੱਕਰ ਲੱਗਣੇ ਸ਼ੁਰੂ ਹੋ ਹੀ ਜਾਣੇ ਆ। ਸੋ ਉਸੇ ਦੇ ਵਿੱਚ ਹੀ ਇਹ ਕੱਲ ਮੀਟਿੰਗ ਸੀਗੀ ਜਿਹੜੀ ਉਹਨਾਂ ਨੇ ਆਪਣੇ ਬਲਾਕ ਪ੍ਰਧਾਨਾਂ ਨਾਲ ਕਰਕੇ ਉਹ ਫੀਡਬੈਕ ਲਿੱਤੀ ਹੈ। ਤੇ ਕਿਹਾ ਇਹ ਜਾ ਰਿਹਾ ਕਿ ਉਹਨਾਂ ਨੇ ਕਿਹਾ ਵੀ ਤੁਸੀਂ ਸਰਕਾਰ ਦੀਆਂ ਨੀਤੀਆਂ ਥੱਲੇ ਤੱਕ ਪਹੁੰਚਾਓ, ਇਹ ਕਰੋ ਉਹ ਕਰੋ, ਲੇਕਿਨ ਇਹ ਤਾਂ ਜਿਹੜੀ ਹੁੰਦੀ ਹੈ ਕਹਿਣ ਵਾਲੀ ਗੱਲ ਹੁੰਦੀ ਹੈ। ਅਸਲ ਗੱਲ ਸੀਗੀ ਵੀ ਉਹਨਾਂ ਨੇ ਆਪਣੇ ਵਿਧਾਇਕਾਂ ਬਾਰੇ ਹੀ ਜਾਣਕਾਰੀ ਦਿੱਤੀ ਹੈ ਵੀ ਕੌਣ ਕਿਸ ਰੂਪ 'ਚ ਕੰਮ ਕਰ ਰਿਹਾ ਔਰ ਕਿੱਥੋਂ ਕਰਪਸ਼ਨ ਉਹਨਾਂ ਨੂੰ ਲੱਗ ਰਿਹਾ ਵੀ ਕਰਪਸ਼ਨ ਇੱਥੇ ਹੋ ਰਹੀ ਹੈ। ਗੱਲ ਤੁਸੀਂ ਮਨਪ੍ਰੀਤ ਅਯਾਲੀ ਦੀ ਕਰ ਰਹੇ ਹੋ ਕਿ ਮਨਪ੍ਰੀਤ ਅਯਾਲੀ ਨਾਲ ਪੁਰਾਣੀ ਸਾਂਝ ਹੈ, ਮੁੱਖ ਮੰਤਰੀ ਸਾਹਿਬ ਨਾਲ ਚੰਗੇ ਰਿਸ਼ਤੇ ਨੇ ਔਰ ਉਹਨਾਂ ਰਿਸ਼ਤਿਆਂ ਦੇ ਆਧਾਰ ਤੇ ਮੀਟਿੰਗ ਦਾ ਕੋਈ ਜ਼ਿਕਰ ਹੈ ਨਹੀਂ, ਕੋਈ ਗੁਪਤ ਨਾ ਕੋਈ ਜ਼ਾਹਰਾ, ਪਰ ਰੌਲੇ ਪੂਰੇ ਆ ਕਿ ਕੀ ਮਨਪ੍ਰੀਤ ਅਯਾਲੀ ਲੁਧਿਆਣੇ ਤੋਂ ਉਮੀਦਵਾਰ ਹੋਣਗੇ ਆਮ ਆਦਮੀ ਪਾਰਟੀ ਦੇ। ਔਰ ਵੱਡੀ ਗੱਲ ਨਹੀਂ ਕਿ ਕਾਫੀ ਅਹਿਮ ਕੈਂਡੀਡੇਟ ਹੋ ਸਕਦੇ ਆ ਲੁਧਿਆਣੇ ਸੀਟ ਤੇ, ਬਾਕੀਆਂ ਲਈ ਬਹੁਤ ਮੁਸ਼ਕਲ ਖੜੀ ਹੋ ਸਕਦੀ ਆ। ਉਹਨਾਂ ਦਾ ਆਪਣਾ ਚੰਗਾ ਅਕਸ ਹੈ ਉੱਥੇ ਅਕਾਲੀ ਦਲ ਦੇ ਵਿੱਚ। ਰੰਧਾਵਾ ਸਾਹਿਬ ਉੱਥੇ ਮੈਨੂੰ ਥੋੜਾ ਜਿਹਾ ਇੱਕ ਇਹ ਲੱਗ ਰਿਹਾ ਹੈ, ਦੇਖੋ ਮਨਪ੍ਰੀਤ ਅਯਾਲੀ ਠੀਕ ਹੈ ਤੁਹਾਡੇ ਤੁਸੀਂ ਨਾਂ ਲਿਆ, ਹਾਲਾਂਕਿ ਇਹ ਰਿਪੋਰਟਸ ਦੇ ਵਿੱਚ ਅਜੇ ਤੱਕ ਨਾਂ ਆਇਆ ਨਹੀਂ ਹੋਇਆ, ਪਰ ਜੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਤੁਸੀਂ ਅਯਾਲੀ ਸਾਹਿਬ ਨੂੰ ਖੜਾਉਂਦੇ ਹੋ, ਪਹਿਲਾਂ ਵੀ ਖੜੇ ਹੈ, ਮਤਲਬ ਪਿਛਲਾ ਇਲੈਕਸ਼ਨ ਉਹਨਾਂ ਨੇ ਲੜਿਆ ਸੀ, ਤੁਹਾਨੂੰ ਯਾਦ ਹੋਊਗਾ, ਉਦੋਂ ਜਦੋਂ ਇਹ ਸੀਟ ਬੈਂਸ ਸਾਹਿਬ ਹੋਰਾਂ ਨੇ, ਉਧਰੋਂ ਸਿਮਰ ਬੈਂਸ ਹੋਰਾਂ ਨੇ ਇਹ ਲੜੀ ਸੀਗੀ ਸੀਟ। ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਵੈਰ ਹੈ। ਮਤਲਬ ਉਸ ਸਥਿਤੀ ਦੇ ਵਿੱਚ ਕਿਉਂਕਿ ਜਦੋਂ ਜੇ ਮਨਪ੍ਰੀਤ ਅਯਾਲੀ ਖੜਨਗੇ ਤਾਂ ਨੈਚੁਰਲੀ ਉਹ ਵਿਰੋਧ ਵੀ ਕਰਨਗੇ, ਤੇ ਕਿਸੇ ਟਾਈਮ ਲੋਕ ਇਨਸਾਫ ਪਾਰਟੀ ਨਾਲ ਆਮ ਆਦਮੀ ਪਾਰਟੀ ਦਾ ਇੱਕ ਤਰ੍ਹਾਂ ਦਾ ਗਠਜੋੜ ਵੀ ਰਿਹਾ, 2 ਸੀਟਾਂ ਉਹਨਾਂ ਨੇ ਲੜੀਆਂ ਸੀਗੀਆਂ। ਤੇ ਮੈਨੂੰ ਲੱਗਦਾ ਕਿ ਉਦੋਂ ਇਹ ਚੀਜ਼ ਮੁਸ਼ਕਿਲ ਵੀ ਆਏਗੀ ਉੱਥੇ, ਇਸ ਤਰ੍ਹਾਂ ਦੀ ਸਥਿਤੀ ਨਾਲ ਕਿਵੇਂ ਫਿਰ ਨਿਪਟਣਾ ਹੈ ਇਹ ਵੀ ਮੁਸ਼ਕਿਲ ਹੋ ਜਾਏਗਾ ਆਮ ਆਦਮੀ ਪਾਰਟੀ ਲਈ। ਸਿਆਸਤ ਦੇ ਵਿੱਚ ਮੁਸ਼ਕਲ ਤਾਂ ਰੋਜ਼ ਆਉਂਦੀ ਹੈ। ਅੱਜ ਕੱਲ ਬੈਂਸ ਸਾਹਿਬ ਜਲੰਧਰ ਦੀ ਇਲੈਕਸ਼ਨ ਦੇ ਮੌਕੇ ਤੋਂ ਬੀਜੇਪੀ ਦੇ ਨਾਲ ਪਿੰਗਾਂ ਵਧਾ ਰਹੇ ਆ। ਉਹ ਬੀਜੇਪੀ 'ਚ ਸ਼ਾਮਲ ਤਾਂ ਨਹੀਂ ਹੋਏ ਸੀ, ਰੌਲਾ ਪੂਰਾ ਪੈ ਗਿਆ ਸੀ, ਪਰ ਉਹਨਾਂ ਨੇ ਸਾਰੇ ਲਾਮ ਲਸ਼ਕਰ ਨਾਲ, ਮੈਨੂੰ ਯਾਦ ਹੈ ਰੂਪਾਨੀ ਸਾਹਿਬ ਦੀ ਹਾਜ਼ਰੀ ਦੇ ਵਿੱਚ, ਜਿਹੜੇ ਗੁਜਰਾਤ ਦੇ ਸਾਬਕਾ ਸੀਐਮ ਨੇ, ਪੰਜਾਬ ਦੇਖਦੇ ਰਹੇ ਆ, ਉਹਨਾਂ ਦੀ ਹਾਜ਼ਰੀ 'ਚ ਕਿਹਾ ਸੀ ਕਿ ਹੁਣ ਅਸੀਂ ਲੜਾਂਗੇ ਬੀਜੇਪੀ ਲਈ, ਅਸੀਂ ਪੂਰੇ ਢਾਲ ਵਾਂਗ ਕੰਮ ਕਰਾਂਗੇ, ਪੂਰੇ ਜੋਸ਼ ਨਾਲ ਲੜਾਂਗੇ। ਮੈਨੂੰ ਲੱਗਦਾ ਉਹ ਅਜੇ ਇੱਧਰ ਕੋਈ ਗੁੰਜਾਇਸ਼ ਨਹੀਂ ਔਰ ਭਗਵੰਤ ਮਾਨ ਦੀ ਕੋਈ ਬਹੁਤ ਵਧੀਆ ਇਕੁਏਸ਼ਨ ਨਹੀਂ। ਸ਼ਾਇਦ ਅਯਾਲੀ ਨੂੰ ਲਿਆ ਕੇ ਇੱਕ ਸਾਫ਼ ਅਕਸ ਨਾਲ, ਇੱਕ ਪੈਸੇ ਵਾਲਾ ਬੰਦਾ, ਔਰ ਤੀਜੀ ਗੱਲ ਕਿ ਜਿਹੜਾ ਉਸ ਖਿੱਤੇ ਦੇ ਵਿੱਚ ਪਹਿਲਾਂ ਵੀ ਕੰਮ ਕਰ ਚੁੱਕਿਆ, ਮੈਨੂੰ ਲੱਗਦਾ ਆਮ ਆਦਮੀ ਪਾਰਟੀ ਕੋਲ ਇਸ ਤੋਂ ਬਿਹਤਰ ਉਮੀਦਵਾਰ ਹੋਣ ਵਾਲਾ ਨਹੀਂ। ਕੀ ਸੁਖਬੀਰ ਸਿੰਘ ਬਾਦਲ ਨਾਲ ਅਯਾਲੀ ਸਾਹਿਬ ਕੁਝ ਠੀਕ ਜਾ ਰਹੇ ਨੇ ਅੱਗੇ ਕਿ ਨਹੀਂ, ਇਹ ਨਹੀਂ ਮੈਨੂੰ ਪਤਾ, ਔਰ ਅਯਾਲੀ ਸਾਹਿਬ ਦਾ ਮਨ ਕੀ ਆ, ਹੋਣਾ ਵੀ ਚਾਹੁੰਦੇ ਕਿ ਨਹੀਂ, ਵੱਖਰੀ ਗੱਲ। ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਹੇ ਆ, ਇੱਥੇ ਬਹੁਤ ਛੋਟੀ ਜਿਹੀ ਟਿੱਪਣੀ ਦਿਓ।
ਸਾਰੀ ਗੱਲਾਂ ਨੂੰ ਤੁਸੀਂ ਕਲੱਬ ਕਰਕੇ ਦੇਖੋ। ਲੁਧਿਆਣਾ ਦੇ ਵਿੱਚ ਫਲਾਈਂਗ ਸਕੁਆਡ ਆਈ ਹੋਈ ਹੈ ਦਿੱਲੀ ਤੋਂ। ਇਹ ਖਬਰਾਂ 3-4 ਦਿਨਾਂ ਤੋਂ ਲਗਾਤਾਰ ਛਪ ਰਹੀਆਂ। ਔਰ ਫਲਾਈਂਗ ਸਕੁਆਡ ਨਾਰਮਲੀ ਜਿਹੜਾ ਐਗਜ਼ਾਮੀਨੇਸ਼ਨ ਸੈਂਟਰ ਹੁੰਦੇ ਉੱਥੇ ਨਕਲ ਨੁਕਲ ਨੂੰ ਚੈੱਕ ਕਰਨ ਵਾਸਤੇ ਇਦਾਂ ਦੀ ਫਲਾਈਂਗ ਸਕੁਆਡ ਦੇ ਬਾਰੇ ਤਾਂ ਸੁਣਾ ਸੀਗਾ। ਪਰ ਇਹ ਜਿਹੜੀ ਫਲਾਈਂਗ ਸਕੁਆਡ ਆਈ ਹੈ ਉਹ ਐਮਐਲਏਜ਼ ਦੀ ਇੱਕ ਰਿਪੋਰਟ ਕਾਰਡ ਤਿਆਰ ਕਰ ਰਹੀ ਹੈ। ਇਹ ਵੀ ਸਾਰਿਆਂ ਨੂੰ ਜਗ ਜਾਹਿਰ ਹੈ। ਜਿੱਥੇ ਤੱਕ ਅਯਾਲੀ ਸਾਹਿਬ ਦੀ ਗੱਲ ਹੈਗੀ ਹੈ, ਹਾਲਾਂਕਿ ਅਯਾਲੀ ਸਾਹਿਬ ਦਾ ਨਾਂ ਤੁਸੀਂ ਲੈ ਰਹੇ ਹੋ, ਪਰ ਉਹਨਾਂ ਨੇ ਇਸ ਗੱਲ ਨੂੰ ਭੇਲੀ ਦੇ ਰੂਪ ਵਿੱਚ ਅੱਗੇ ਵਧਾਇਆ ਕਿ ਇੱਕ ਵਿਧਾਇਕ ਆਪੋਜੀਸ਼ਨ ਦਾ ਉਹ ਆਪਣੇ ਲੀਡਰ ਨਾਲ ਨਾਰਾਜ਼ ਵੀ ਹੈਗਾ। ਹਾਲਾਂਕਿ ਸਾਰੇ ਇੰਡੀਕੇਸ਼ਨ ਅਯਾਲੀ ਸਾਹਿਬ ਵੱਲ ਹੈਗੇ ਨੇ। ਔਰ ਇਸ ਕਰਕੇ ਅਯਾਲੀ ਸਾਹਿਬ ਦਾ ਨਾਂ ਲੈਣਾ ਕੋਈ ਵੱਡੀ ਗੱਲ ਨਹੀਂ ਹੈਗੀ, ਕਾਰਨ ਕਿ ਉੱਥੇ ਲੁਧਿਆਣੇ ਦੇ ਵਿੱਚ ਇੱਕੋ ਹੀ ਹੈ ਐਮਐਲਏ ਪੂਰੇ ਡਿਸਟ੍ਰਿਕਟ ਦੇ ਵਿੱਚ ਜਿਹੜਾ ਆਪੋਜੀਸ਼ਨ ਪਾਰਟੀ ਦਾ ਹੈ। ਔਰ ਦੂਜੀ ਗੱਲ, ਅਯਾਲੀ ਸਾਹਿਬ ਦੀ ਭਾਵੇਂ ਭਗਵੰਤ ਮਾਨ ਉਹਨਾਂ ਨਾਲ ਹੋਏ ਔਰ ਵਿਧਾਨ ਸਭਾ ਦੇ ਅੰਦਰ ਦੇ ਵਿੱਚ ਖਾਸ ਕਰਕੇ ਪੀਟੀਸੀ ਦੇ ਮੁੱਦੇ ਦੇ ਉੱਤੇ ਉਹਨਾਂ ਦਾ ਜਾਂ ਗੁਰਬਾਣੀ ਦੇ ਪ੍ਰਸਾਰਣ ਦੇ ਮੁੱਦੇ ਦੇ ਉੱਤੇ ਭਾਵੇਂ ਉਹਨਾਂ ਨੇ ਵੋਟ ਆਪਣੀ ਪਾਰਟੀ ਦੇ ਪੱਖ 'ਚ ਦਿੱਤਾ ਸੀਗਾ, ਉਸ ਜਿਹੜੇ ਬਿੱਲ ਨੂੰ ਅਪੋਜ਼ ਕੀਤਾ ਸੀਗਾ, ਲੇਕਿਨ ਨਾਲ ਦੇ ਨਾਲ ਉਹਨਾਂ ਨੇ ਵੀ ਕਿਹਾ ਸੀਗਾ ਕਿ ਗੁਰਬਾਣੀ ਦਾ ਪ੍ਰਸਾਰਣ ਸਾਰੇ ਚੈਨਲਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਹੁਣ ਇਦਾਂ ਦੀ ਗੱਲਾਂ ਦੇ ਉੱਤੇ ਅੱਗੇ ਵਧਦੇ ਹੋਏ ਅਲੀ ਉਹਨਾਂ ਦਾ ਉੱਥੋਂ ਕੈਂਡੀਡੇਟ ਹੋਣਾ। ਹੁਣ ਇਹਦੇ ਵਿੱਚ ਇੱਕ ਗੱਲ ਬੜੀ ਇੰਪੋਰਟੈਂਟ ਹੈ ਕਿ ਜਿਸ ਮੀਟਿੰਗ ਦੇ ਵਿੱਚ ਹੋਟਲ ਦੇ ਵਿੱਚ ਮੀਟਿੰਗ ਹੁੰਦੀ ਹੈ ਉੱਥੇ ਐਮਐਲਏਆਂ ਨੂੰ ਫਟਕਣ ਵੀ ਨਹੀਂ ਦਿੱਤਾ ਜਾਂਦਾ। ਯਾਨੀ ਇਨਵਾਈਟ ਤੇ ਕਰਨ ਦੀ ਦੂਰ ਦੀ ਗੱਲ ਹੈ, ਆਲੇ ਦੁਆਲੇ ਵੀ ਉੱਥੇ ਉਹ ਨਹੀਂ ਦੇਖੇ ਜਾਂਦੇ। ਇਹ ਆਪਣੇ ਆਪ ਵਿੱਚ ਲੋਕ ਸਭਾ ਦੀ ਤਿਆਰੀ ਕਰਨ ਦਾ ਇੱਕ ਕਵਾਇਦ ਦੇ ਤੌਰ ਤੇ ਦੇਖਿਆ ਜਾ ਰਿਹਾ। ਹੁਣ ਚਲੋ ਅਯਾਲੀ ਸਾਹਿਬ ਦਾ ਨਾਂ ਆ ਗਿਆ, ਕਦੋਂ ਉਹ ਸਾਖਸ਼ਾਤ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਇਹਦੇ ਵਾਸਤੇ ਥੋੜਾ ਜਿਹਾ ਇੰਤਜ਼ਾਰ ਕਰਨਾ ਪਏ। ਦੇਖੋ ਗੱਲ ਇਹ ਆ ਵੀ ਜੇ ਇਲੈਕਸ਼ਨ ਲੜਨੀ ਹੈ ਤੇ ਐਮਐਲਏ ਪਾਸੇ ਰੱਖ ਕੇ ਤੇ ਹੋਣੀ ਨਹੀਂ। ਬਲਾਕ ਪ੍ਰਧਾਨ ਕਿਤੇ ਐਮਐਲਏ ਦੇ ਉੱਪਰ ਦੀ ਥੋੜੀ ਟੱਪ ਕੇ ਆ ਜਾਣਗੇ। ਭਗਵੰਤ ਮਾਨ ਸਾਹਿਬ ਨੂੰ ਇਸ ਗੱਲ ਦਾ ਅੰਦਾਜ਼ਾ ਤੇ ਹੋਣਾ ਹੀ ਆ ਵੀ ਐਮਐਲਏ ਹੀ ਅਸਲ ਰੂਪ ਵਿੱਚ ਮੈਂਬਰ ਪਾਰਲੀਮੈਂਟ ਲਈ ਇਲੈਕਸ਼ਨ ਲੜ ਰਿਹਾ ਹੁੰਦਾ ਆਪਣੇ ਹਲਕੇ 'ਚ, ਔਰ ਉਹਨਾਂ ਦੇ ਉੱਤੇ ਪ੍ਰੈਸ਼ਰ ਹੁੰਦਾ ਪਰਫਾਰਮੈਂਸ ਦਾ ਕਿ ਅਸੀਂ ਆਪਣੀ ਅੱਗੇ ਨਾਲੋਂ ਲੀਡ ਵਧਾਉਣੀ ਆ। ਔਰ ਸੱਤਾਧਾਰੀਆਂ ਨੂੰ ਇਹ ਬੈਨੀਫਿਟ ਰਹਿੰਦਾ ਹੈ ਕਿ ਉਹ ਲੀਡ ਵਧਾ ਲੈਂਦੇ ਆ, ਕਿਉਂਕਿ ਉਹ ਸਾਰੀਆਂ ਪਾਰਟੀਆਂ ਦੇ ਰੁੱਸੇ ਰੱਸੇ ਜਾਂ ਜਿਨ੍ਹਾਂ ਨੂੰ ਕਈ ਮੁਸ਼ਕਲਾਂ ਨੇ ਉਹਨਾਂ ਨੂੰ ਨਾਲ ਲੈ ਆਉਂਦੇ, ਲੋਕਾਂ ਦੇ ਕੰਮਕਾਜ ਹੋ ਜਾਂਦੇ ਆ। ਪਰ ਇੰਦਰਪ੍ਰੀਤ ਜੀ, ਕੰਮਕਾਜ ਹੋਣੇ ਠੀਕ ਆ, ਕੋਈ ਡੀਡੀਪੀਓ ਬਤੌਰ ਏਡੀਸੀ ਵੀ ਉਹਦੇ ਕੋਲ ਚਾਰਜ ਹੋਵੇ ਤੇ ਉਹ ਲੋਕਾਂ ਦੇ ਨਾਂ 92 ਕਿੱਲੇ ਜ਼ਮੀਨ ਕਰ ਜੇ। ਇਹ ਕੰਮ ਕਿਹੋ ਜਿਹੇ ਹੋਏ ਹੋਏ ਆ ਜਿਨ੍ਹਾਂ ਦਾ ਰੌਲਾ ਚੀਫ ਸੈਕਟਰੀ ਸਾਹਿਬ ਨੇ ਇਹਦੇ ਉੱਤੇ ਕੋਈ ਐਕਸ਼ਨ ਲੈਣ ਲਈ ਕਿਹਾ? ਜੇ ਇਹਦੇ ਨਾਲ ਸਾਂਝ ਪਵਾ ਦਿਓ ਤੇ ਵਧੀਆ। ਰੰਧਾਵਾ ਸਾਹਿਬ, ਇਸ ਇਸ਼ੂ ਤੇ ਆਪਾਂ ਪਹਿਲਾਂ ਵੀ 2-3 ਵਾਰ ਗੱਲ ਕਰ ਚੁੱਕੇ ਔਰ ਬੜਾ ਸੰਗੀਨ ਮਾਮਲਾ ਹੈ। 92 ਏਕੜ ਜ਼ਮੀਨ ਤੁਸੀਂ ਮਤਲਬ ਲੋਕਾਂ ਦੇ ਨਾਂ ਤੇ ਕਰ ਦੇਣਾ ਪੰਚਾਇਤੀ ਲੈਣ ਨੂੰ, ਉਹ ਬੜੀ ਚਿੰਤਾ ਵਾਲੀ ਗੱਲ ਹੈ। ਇਸ ਕਰਕੇ ਕੀ ਕਰਨੀ, ਇਸ ਕਰਕੇ ਨਹੀਂ ਕਰਨਾ, ਇਸ ਕਰਕੇ ਵੀ ਇੱਕ ਬੀਡੀਓਪੀਓ ਨੂੰ ਤੁਸੀਂ ਡੀਡੀਪੀਓ ਦਾ ਚਾਰਜ ਦਿੱਤਾ, ਫਿਰ ਨਾਲ ਦੀ ਨਾਲ ਤੁਸੀਂ ਏਡੀਸੀ ਦਾ ਦਿੱਤਾ। ਮਤਲਬ ਕਿ ਵਿਦਿਨ 1 ਮੰਥ ਤੁਸੀਂ ਇੱਕ ਬੰਦੇ ਨੂੰ ਵੀਡੀਓ ਚੱਕ ਕੇ ਏਡੀਸੀ ਡਿਵੈਲਪਮੈਂਟ ਲਗਾਤਾ ਤੇ ਆਪਣੇ ਇਹ ਜ਼ਮੀਨ ਜਿਹੜੀ ਹੈ ਉਹ ਵੀ ਉਸ ਟਾਈਮ ਜਦੋਂ ਉਹਨੇ ਉਹ ਰਿਟਾਇਰ ਹੋਣਾ, ਬਿਲਕੁਲ ਰਿਟਾਇਰਮੈਂਟ ਦੇ ਉੱਪਰ ਹੈ, ਉਸ ਟਾਈਮ ਇਹ ਕੰਮ ਕਰਵਾਉਣਾ ਬਹੁਤ ਜ਼ਿਆਦਾ ਮਤਲਬ ਇਹ ਅਪਰਾਧਿਕ ਹੈ ਜਿਹੜਾ ਇਹ ਕੰਮ ਕੀਤਾ। ਤੇ ਮੈਨੂੰ ਲੱਗਦਾ ਕਿ ਜਿਹੜੀ ਇਹ ਸ਼ਿਕਾਇਤ ਹੋਈ ਹੈ ਔਰ ਉਹਦੇ ਉੱਤੇ ਜਿਹੜਾ ਕੱਲ ਚੀਫ ਸੈਕਟਰੀ ਸਾਹਿਬ ਨੇ ਐਕਸ਼ਨ ਲਿੱਤਾ, ਪਰਸੋਂ ਜਿਹੜਾ ਐਕਸ਼ਨ ਲਿੱਤਾ ਹੈ ਕਿ ਇਹਦੇ ਦੇ ਖਿਲਾਫ ਵੀ ਕੇਸ ਦਰਜ ਕਰੋ ਔਰ ਸਾਰੇ ਬੈਨੀਫਿਟਸ ਰੋਕੋ, ਤੇ ਰੋਕ ਕੇ ਕੇਸ ਨਾਲ ਉਹ ਜਦੋਂ ਕੇਸ ਦਰਜ ਹੋਊਗਾ ਉਦੋਂ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਵੀ ਸਾਹਮਣੇ ਜ਼ਰੂਰ ਆਉਣਗੀਆਂ ਵੀ ਇਹਦੇ ਪਿੱਛੇ ਕਿਹੜੀ ਵੱਡੀ ਤਾਕਤ ਕਿਹੜੀ ਹੈ। ਕਿਉਂਕਿ ਉਹ ਕੱਲ ਆਪਾਂ ਗੱਲ ਕਰ ਰਹੇ ਸੀ ਵੀ ਕਿਸੇ ਆਮ ਬੰਦੇ ਦੀ ਤਾਂ ਇਹ ਨਹੀਂ ਹੋ ਸਕਦੀ ਵੀ ਇੱਕ ਵੀਡੀਓ ਏਡੀਸੀ ਬਣ ਕੇ ਉਹਦਾ ਏਦਾਂ ਤਾਂ ਨਹੀਂ ਬਣ ਸਕਦਾ ਕੋਈ। ਅਜੇ ਤੱਕ ਮੈਂ ਤਾਂ ਕਦੀ ਦੇਖਿਆ ਨਹੀਂ ਵੀ ਕਿਸੇ ਨੂੰ ਏਡੀਸੀ ਦੇ ਵੀਡੀਓ ਤੋਂ ਡੀਡੀਪੀਓ ਏਡੀਸੀ ਦਾ ਚਾਰਜ ਵਿਦਿਨ ਮੰਥ ਮਿਲ ਜਾਏ ਤਾਂ ਐਡੀ ਵੱਡੀ ਮਤਲਬ ਡੀਲ ਕਰ ਜੇ। ਇਹ ਹੁੰਦਾ ਨਹੀਂ ਹੈ ਆਮ ਤੌਰ ਤੇ, ਇਹਦੇ ਪਿੱਛੇ ਕੋਈ ਵੱਡੀ ਤਾਕਤ ਜ਼ਰੂਰ ਹੋਏਗੀ। ਤਾਂ ਕਿਹੜੀ ਹੈ ਉਹਨੂੰ ਆਇਡੈਂਟੀਫਾਈ ਕਰਨਾ ਵੀ ਜ਼ਰੂਰੀ ਹੈ। ਉਹ ਉਦੋਂ ਹੋਊਗਾ ਜਦੋਂ ਇਹਨਾਂ ਦੇ ਖਿਲਾਫ ਕੇਸ ਦਰਜ ਕਰਕੇ ਜਿਹੜੇ ਹੈਗੀ ਹੈ ਜਾਂਚ ਸ਼ੁਰੂ ਹੋਏਗੀ। ਤਾਂ ਮੈਨੂੰ ਲੱਗਦਾ ਕਿ ਉਹ ਸਹੀ ਦਿਸ਼ਾ ਵੱਲ ਚੱਲ ਪਈ ਹੈ। 92 ਏਕੜ ਲੈਂਡ ਤਾਂ ਚਲੋ ਬਚ ਗਈ, ਉਹ ਤਾਂ ਰੀਸਟੋਰ ਕਰਨ ਲਈ ਕਹਿਤਾ ਗਿਆ ਕਿ ਸਾਰੀ ਇਹ ਰੀਸਟੋਰ ਕਰੋ। ਦੂਜਾ ਇਸ ਤੇ ਇਹਦੇ ਪਿੱਛੇ ਸ਼ਕਤੀਆਂ ਕਿਹੜੀਆਂ ਨੇ ਉਹ ਵੀ ਬਾਹਰ ਕੱਢ ਕੇ ਲੈ ਕੇ ਆਓ। ਇੰਦਰਪ੍ਰੀਤ ਜੀ, ਨਾਲ ਦੂਜੀ ਗੱਲ ਵੀ ਤੋਰ ਦਿਓ, ਕਿਉਂਕਿ ਮੈਂ ਰਾਜਾ ਵੜਿੰਗ ਦਾ ਜਿਹੜਾ ਦਰਦ ਹੈ ਉਹ ਭਾਸਕਰ ਸਾਹਿਬ ਤੋਂ ਜ਼ਰੂਰ ਸੁਣਨਾ ਹੈ। ਪਰ ਜਿਹੜਾ ਤਹਿਸੀਲਦਾਰਾਂ ਵਾਲੀ ਚਿੱਠੀ ਸੀ, ਕਿੰਨੇ ਦਿਨ ਹੋ ਗਏ ਲਿਖੀ? ਮੇਰੇ ਖਿਆਲ 23 ਤਰੀਕ ਦੀ ਇਹ ਚਿੱਠੀ ਹੈ। 23 ਤਰੀਕ ਨੂੰ ਤਹਿਸੀਲਦਾਰਾਂ ਨੇ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਲਿਖੀ ਸੀ ਕਿ ਐਨਓਸੀ ਦੇ ਨਾਂ ਤੇ ਸਾਨੂੰ ਬਲੈਕਮੇਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ, ਸਾਡਾ ਰਿਕਾਰਡ ਵੀ ਐਮਐਲਏ ਕਿਸੇ ਵੇਲੇ ਲੈ ਜਾਂਦੇ ਆ ਔਰ ਸਾਡੀ ਬਾਂਹ ਵੀ ਮਰੋੜੀ ਜਾਂਦੀ ਆ, ਤੇ ਬਾਅਦ ਦੇ ਵਿੱਚ ਸਾਡੇ ਤੇ ਇਲਜ਼ਾਮ ਵੀ ਆਉਂਦਾ ਹੈ ਕਿ ਅਸੀਂ ਬਹੁਤ ਕਰਪਟ ਹਾਂ ਜਾਂ ਬਾਕੀ ਗੱਲਾਂ। ਇਹਨੂੰ ਹੁਣ ਸੁਨੀਲ ਜਾਖੜ ਨੇ ਇੱਕ ਵਾਰੀ ਰੀਫਰੈਸ਼ ਕੀਤਾ। ਉਹਨਾਂ ਨੇ ਟਵੀਟ ਕਰਕੇ ਇਹਦੇ ਤੇ ਕਾਰਵਾਈ ਕਰਨ ਲਈ ਕਿਹਾ ਵੀ ਜੇ ਕੋਈ ਜਾਗਦਾ ਜੁਗਦਾ ਤੇ ਕਾਰਵਾਈ ਕਰੋ, ਸੁੱਤੇ ਪਏ ਹੋ। ਆਹ ਦੇਖੋ, ਤਹਿਸੀਲਦਾਰ ਔਰ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਤੁਹਾਡੇ ਐਮਐਲਏ ਬਾਰੇ, ਤੁਹਾਡੇ ਐਮਐਲਏਜ਼ ਬਾਰੇ ਆਹ ਗੱਲਾਂ ਹੋ ਰਹੀਆਂ।
ਇਹਦੇ ਉੱਤੇ ਕੁਝ ਕਰਨਾ ਹੈ ਕਿ ਨਹੀਂ, ਇਦਾਂ ਹੀ ਰਹਿਣ ਦੇਣਾ? ਇੱਕ ਵਾਰੀ ਉਹਨਾਂ ਫਿਰ ਰੀਫਰੈਸ਼ ਕਰਤਾ, ਤੁਸੀਂ ਸਾਨੂੰ ਇੱਕ ਵਾਰੀ ਇਹਦੇ ਨਾਲ ਸਾਂਝ ਪਵਾ ਦਿਓ। ਰੰਧਾਵਾ ਸਾਹਿਬ ਦੇਖੋ, ਜਦੋਂ ਇਹਨਾਂ ਨੇ ਤਹਿਸੀਲਦਾਰਾਂ ਨੇ ਰੋਪੜ ਵਾਲੇ ਐਮਐਲਏ ਨੂੰ ਦਾ ਜਿਹੜਾ ਬਿਹੇਵੀਅਰ ਸੀ ਉਹਨੂੰ ਲੈ ਕੇ ਜਿਹੜੀ ਹੜਤਾਲ ਕੀਤੀ ਸੀ, ਉਸ ਤੋਂ ਬਾਅਦ ਇੱਕ ਲੈਟਰ ਲਿਖਿਆ ਸੀ ਲੰਬਾ, ਮੇਰੇ ਖਿਆਲ 3 ਜਾਂ 4 ਪੇਜਾਂ ਦਾ ਲੈਟਰ ਹੈ ਉਹ, ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੂੰ ਲਿਖਿਆ ਹੋਇਆ। ਉਹਦੇ 'ਚ ਇੱਕ ਆਪਾਂ ਪਹਿਲਾਂ ਡਿਸਕਸ ਕੀਤਾ ਸੀ ਇਸ 'ਚ ਕਿ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈ, ਉਹ ਹੈਗਾ ਐਨਓਸੀ ਦੇਣ ਦਾ। ਹੁਣ ਗਵਰਨਮੈਂਟ ਨੇ ਇਹ ਕੀਤਾ ਹੋਇਆ ਵੀ ਜਿਹੜੀਆਂ ਅਵੈਧ ਕਲੋਨੀਆਂ ਬਣਦੀਆਂ ਨੇ ਉਹਦੇ ਵਿੱਚ ਅਗਰ ਕੋਈ ਵੀ ਤੁਸੀਂ ਖਰੀਦੋ ਫਰੋਖਤ ਕਰਨੀ ਹੈ ਤਾਂ ਤੁਹਾਨੂੰ ਪਹਿਲਾਂ ਐਨਓਸੀ ਲੈ ਕੇ ਆਉਣਾ ਪਏਗਾ। ਹੁਣ ਐਨਓਸੀ ਤਾਂ ਹੀ ਮਿਲੂਗਾ ਜੇ ਤੁਹਾਨੂੰ ਉਹਦੀ ਸਾਰੇ ਫੀਸਾਂ ਭਰੀਆਂ ਹੋਈਆਂ ਜਾਂ ਉਹਨੂੰ ਵੈਧ ਕਰਾਰ ਦਿੱਤਾ, ਸਭ ਚੀਜ਼ਾਂ ਹੋਣਗੀਆਂ ਤਾਂ ਐਨਓਸੀ ਮਿਲਦੇ ਆ। ਪਰ ਇਹ ਇੰਟਰਸਟਿੰਗ ਚੀਜ਼ ਇਹਦੇ 'ਚ ਇਹ ਹੈ ਕਿ ਇਹ ਜਿਹੜੀ ਪਾਲਿਸੀ ਹਾਊਸਿੰਗ ਤੈਅ ਕਰ ਰਿਹਾ, ਜਦ ਕਿ ਇਹ ਮਤਲਬ ਜਿਹੜਾ ਹੈਗਾ ਰੈਵਨਿਊ ਦਾ ਪਾਰਟ ਹੈ। ਸੌਰੀ, ਇਹ ਪਾਲਿਸੀ ਜਿਹੜੀ ਹੈਗੀ ਹੈ ਉਹ ਹਾਊਸਿੰਗ ਕਰ ਰਿਹਾ ਹੈ, ਤੇ ਹਾਊਸਿੰਗ ਨੇ ਇਹ ਕਹਿਤਾ ਵੀ ਐਨਓਸੀ ਪਰ ਜਿਹੜਾ ਉਹ ਰੈਵਨਿਊ ਵਾਲੇ ਦੇਣਗੇ। ਉਹ ਕਿਵੇਂ ਦੇ ਸਕਦੇ ਆ? ਜਿੱਥੇ ਤੁਸੀਂ ਕਲੋਨੀ ਕੱਟੀ ਹੈ ਉਹਦੀਆਂ ਫੀਸਾਂ ਭਰਵਾਈਆਂ ਜਾਂ ਨਹੀਂ ਭਰਵਾਈਆਂ ਤਾਂ ਤੁਹਾਨੂੰ ਪਤਾ ਹੈ, ਰੈਵਨਿਊ ਵਾਲੇ ਨੂੰ ਕਿਵੇਂ ਪਤਾ ਚੱਲੇਗਾ ਕਿ ਉਹ ਫੀਸਾਂ ਭਰਵਾਈਆਂ ਹੋਈਆਂ ਕਿ ਨਹੀਂ ਹੈ? ਜਾਂ ਉਹ ਜਿਹੜੀ ਡਿਮਾਰਕੇਸ਼ਨ ਕੀਤੀ ਹੋਈ ਹੈ ਵੀ ਇੱਥੇ ਕਲੋਨੀ ਕੱਟੀ ਹੈ, ਇਹ ਰੈਵਨਿਊ ਵਾਲੇ ਨੂੰ ਕਿਵੇਂ ਪਤਾ ਚੱਲੇਗਾ? ਉਹਨਾਂ ਲਈ ਕੋਈ ਇਹ ਨਹੀਂ ਹੁੰਦਾ, ਉਹਨਾਂ ਨੇ ਸਿਰਫ ਇੱਕ ਰਜਿਸਟਰੀ ਕਰਨੀ ਹੁੰਦੀ ਹੈ, ਉਹ ਕਿਸੇ ਵੀ ਥਾਂ ਤੇ ਕਰ ਸਕਦੇ ਆ। ਜਿਹੜੀਆਂ ਆਪਾਂ ਕਈ ਵਾਰ ਕਰਦੇ, ਇਹ ਬੜਾ ਟੈਕਨੀਕਲ ਜਿਹੇ ਮਾਮਲੇ ਹੈਗੇ ਆ। ਜਿਹੜੀ ਉਹਨਾਂ ਨੇ ਚਿੱਠੀ ਲਿਖੀ ਆ, ਉਹਨਾਂ ਨੇ ਇਹੀ ਕਿਹਾ ਵੀ ਸਾਨੂੰ ਇਹਦੇ ਚੋਂ ਕੱਢੋ, ਜੇ ਹਾਊਸਿੰਗ ਕਰ ਰਿਹਾ ਤੇ ਹਾਊਸਿੰਗ ਵਾਲਿਆਂ ਨੇ ਹੀ ਇਹਦੀ ਉਹ ਦੇਣੀ ਹੈ, ਸਾਨੂੰ ਇਹਦੇ ਵਿੱਚ ਨਾ ਪਾਓ। ਪਰ ਜਿੰਨੇ ਵੀ ਮਤਲਬ ਐਮਐਲਏ ਨੇ ਉਹ ਸਾਰੇ ਇਹਨਾਂ ਤੇ ਦਬਾਅ ਪਾਉਂਦੇ ਨੇ ਵੀ ਐਨਓਸੀ ਦੇ। ਜੇ ਐਨਓਸੀ ਦਿੰਦੇ ਨੇ ਤਾਂ ਫਸਦੇ ਆ, ਜੇ ਨਹੀਂ ਦਿੰਦੇ ਤਾਂ ਫਿਰ ਇਹ ਕਹਿੰਦੇ ਵੀ ਤੁਹਾਨੂੰ ਅਸੀਂ ਬਹੁਤ ਦੂਰ ਦੂਰ ਤਬਾਦਲਾ ਕਰਾ ਦੇਣਾ। ਇਹੀ ਚਿੱਠੀ ਜਿਹੜੀ ਹੈ ਉਹ ਉਹਨਾਂ ਨੇ ਮੁੱਖ ਮੰਤਰੀ ਨੂੰ ਲਿਖੀ ਹੈ, ਜਿਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ। ਜਿਹੜੇ ਸੁਨੀਲ ਜਾਖੜ ਨੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਤੁਹਾਡੇ ਐਮਐਲਏ ਆਹ ਬਲੈਕਮੇਲਿੰਗ ਕਰ ਰਹੇ ਹੈ, ਇਹਨਾਂ ਦੇ ਉੱਤੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ? ਯਾਨੀ ਕਿ ਜਦੋਂ ਕਾਰਵਾਈਆਂ ਭਗਵੰਤ ਮਾਨ ਹੋਣੀ ਦੂਜੀਆਂ ਪੋਲੀਟੀਕਲ ਪਾਰਟੀਆਂ ਦੇ ਨੇਤਾਵਾਂ ਦੇ ਉੱਤੇ ਕਰਦੇ ਹੈ, ਉਸੇ ਚੀਜ਼ ਨੂੰ ਲੈ ਕੇ ਪਹਿਲਾਂ ਜਿਵੇਂ ਸੁਖਪਾਲ ਖਹਿਰਾ ਹੋਣੀ ਕਟਘਰੇ 'ਚ ਖੜਾ ਕਰਦੇ ਸੀ, ਹੁਣ ਸੁਖਪਾਲ ਖਹਿਰਾ ਦੀ ਤਾਂ ਜਿਵੇਂ ਮੁੱਖ ਮੰਤਰੀ ਨੇ ਉਸ ਦਿਨ ਵਿਧਾਨ ਸਭਾ 'ਚ ਹੀ ਕਰਤਾ ਸੀਗਾ ਕਿ ਇਹਨਾਂ ਦੀ ਕੋਈ ਗੱਲ ਸੁਣਿਆ ਹੀ ਨਾ ਕਰੋ, ਇਹਨਾਂ ਦੀ ਕੀ ਸੁਣਨੀ ਹੁੰਦੀ ਹੈ। ਹੁਣ ਸੁਨੀਲ ਜਾਖੜ ਨੇ ਉਹੀ ਗੱਲ ਕਰਤੀ ਹੈ ਕਿ ਉਹਨਾਂ ਨੇ ਫਿਰ ਉਸੇ ਚੀਜ਼ ਨੂੰ ਲਿਆਤਾ ਕਿ ਤੁਸੀਂ ਇਹ ਬੰਦਿਆਂ ਤੇ ਦੱਸੋ ਕਿ ਬੰਦਿਆਂ ਦੀ ਜਿਹੜੀ ਸ਼ਿਕਾਇਤ ਹੈ ਉਹਨਾਂ ਦੇ ਆਪਣੇ ਵਿਧਾਇਕਾਂ ਦੇ ਉੱਤੇ ਤੁਸੀਂ ਕੀ ਕਾਰਵਾਈ ਕੀਤੀ ਹੈ। ਸੋ ਮੈਨੂੰ ਲੱਗਦਾ ਕਿ ਹੁਣ ਜਵਾਬ ਤਾਂ ਭਗਵੰਤ ਮਾਨ ਹੋਣਾ ਨੂੰ ਦੇਣਾ ਹੀ ਪਏਗਾ। ਅਜੇ ਤੱਕ ਤਾਂ ਉਹਨਾਂ ਨੇ ਦਿੱਤਾ ਨਹੀਂ ਹੈ, ਤੇ ਇਹ ਕਦੋਂ ਆਉਂਦਾ ਜਵਾਬ, ਕਦੋਂ? ਉਹ ਲਗਾਤਾਰ ਟਵੀਟ ਤਾਂ ਆ ਰਹੇ ਨੇ, ਮਨਪ੍ਰੀਤ ਬਾਦਲ ਤੋਂ ਬਾਅਦ ਕੱਲ ਸੁਖਬੀਰ ਬਾਦਲ ਦਾ ਆ ਗਿਆ ਸੀ, ਹੁਣ ਦੇਖਦੇ ਹਾਂ ਕਿ ਸੁਨੀਲ ਜਾਖੜ ਸਾਹਿਬ ਦਾ ਨੰਬਰ ਕਦੋਂ ਆਉਂਦਾ। ਹਾਂ, ਪਰ ਇਹ ਮਾਮਲਾ ਸੁਖਬੀਰ ਸਿੰਘ ਬਾਦਲ ਨੇ ਵੀ ਫਾਰਵਰਡ ਕੀਤਾ ਸੀ 3 ਦਿਨ ਪਹਿਲਾਂ, ਪਰਸੋਂ ਸ਼ਾਇਦ ਉਹਨਾਂ ਨੇ ਵੀ ਇਹਨੂੰ ਚਿੱਠੀ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਅੱਗੇ ਵਧਾਇਆ ਸੀਗਾ, ਤੇ ਅਜੇ ਤੱਕ ਸਰਕਾਰ ਨੇ ਇਹਦੇ ਉੱਤੇ ਕੋਈ ਬਹੁਤਾ ਸ਼ਾਇਦ ਸਮਝੌਤਾ ਵੀ ਹੋ ਗਿਆ ਹੋਵੇ, ਸਟ੍ਰਾਈਕ ਤਾਂ ਖਤਮ ਹੋ ਚੁੱਕੀ ਆ। ਫਿਰ ਜਦੋਂ ਗੱਲ ਮੁੱਕ ਜਾਂਦੀ ਭਾਸਕਰ ਸਾਹਿਬ, ਮੁੱਕ ਗਈ ਗੱਲ ਤੇ ਮਿੱਟੀ ਪਾਓ। ਭਾਸਕਰ ਸਾਹਿਬ, ਟਿੱਪਣੀ ਦੇਣੀ ਤਾਂ ਤੁਹਾਡਾ ਜਨਮ ਸਿੱਧ ਅਧਿਕਾਰ ਹੈ, ਪਰ ਰਾਜਾ ਵੜਿੰਗ ਨਾਰਾਜ਼ ਸੀ। ਗੱਲ ਕੀ ਕਰੀਏ, ਮੀਡੀਆ ਨੂੰ ਬੋਲਣਾ ਹੀ ਪੈਂਦਾ, ਅਰਥ ਤਾਂ ਕੱਢਣੇ ਪੈਣਗੇ ਨਾ। ਗੁੱਸਾ ਨਾ ਕਰੋ, ਅੱਗੇ ਸਾਰੇ ਗੁੱਸਾ ਕਰ ਰਿਹਾ, ਅੱਗੇ ਬੜੀ ਤਲਖੀ ਆ, ਮੌਸਮ ਨਸਾਜ ਨੇ, ਰੱਖੋ ਥੋੜਾ ਜਿਹਾ ਹੌਸਲਾ, ਪੇਸ਼ੈਂਸ ਰੱਖੋ, ਵੱਡੇ ਹੋਵੋ, ਲੀਡਰ ਬਣੋ, ਲੜਾਕੇ ਨਾ ਬਣੋ। ਕੀ ਕਹਿੰਦੇ? ਰਾਜਾ ਵੜਿੰਗ ਉਹਨਾਂ ਨੇ ਕੱਲ ਬਲਾਕ ਪ੍ਰਧਾਨਾਂ ਦੀ ਮੀਟਿੰਗ ਬੁਲਾਈ ਸੀ ਚੰਡੀਗੜ੍ਹ ਦੇ, ਔਰ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਉਸ ਕਨਫਿਊਜ਼ਨ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਮੁੱਦੇ ਦੇ ਉੱਤੇ ਉਹ ਖੁਦ ਕਨਫਿਊਜ਼ ਨੇ। ਕਾਰਨ ਕੀ ਵੀ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ ਗੱਠਜੋੜ ਹੋਏਗਾ ਕਿ ਨਹੀਂ ਹੋਏਗਾ, ਉਹਨਾਂ ਨੂੰ ਆਪ ਨੂੰ ਨਹੀਂ ਪਤਾ ਕਿ ਹੋਏਗਾ ਕਿ ਨਹੀਂ ਹੋਏਗਾ। ਇਸ ਮੁੱਦੇ ਦੇ ਉੱਤੇ ਆਪਣੇ ਬਲਾਕ ਪ੍ਰਧਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਚਿੰਤਾ ਨਾ ਕਰੋ, ਬਿਲਕੁਲ ਨਹੀਂ ਹੋਏਗਾ। ਔਰ ਉਹਦੇ ਵਿੱਚ ਇਹ ਵੀ ਗੱਲ ਕਹਿੰਦੇ ਨੇ ਹਾਲੇ ਤੱਕ ਇਹੀ ਡਿਸੀਜਨ ਹੈ ਕਿ ਨਹੀਂ ਹੋਏਗਾ। ਜਦੋਂ ਕਹਿੰਦੇ ਨੇ ਹਾਲੇ ਤੱਕ ਇਹ ਡਿਸੀਜਨ ਹੈ ਤੇ ਉਹ ਆਪਣੇ ਆਪ ਵਿੱਚ ਉਸ ਕਨਫਿਊਜ਼ਨ ਨੂੰ ਅੱਗੇ ਤੋੜ ਦਿੰਦੇ ਨੇ। ਹੁਣ ਬਾਜਵਾ ਸਾਹਿਬ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਬੜੇ ਇੱਕ ਅਟੈਕਿੰਗ ਮੋਡ ਦੇ ਵਿੱਚ ਹੈਗੇ ਨੇ। ਭਗਵੰਤ ਮਾਨ ਉਹਨਾਂ ਦੇ ਉੱਤੇ ਕਿਸੇ ਵੀ ਅਟੈਕ ਦਾ ਜਾਂ ਆਮ ਆਦਮੀ ਪਾਰਟੀ ਦੇ ਮੁੱਦੇ ਉੱਤੇ ਕਿਸੇ ਵੀ ਅਟੈਕ ਤੋਂ ਗੁਰੇਜ਼ ਨਹੀਂ ਕਰਦੇ। ਪਰ ਪਿਛਲੇ 4 ਦਿਨਾਂ ਤੋਂ ਕੋਈ ਤੁਸੀਂ ਟਵੀਟ ਦੇਖਿਆ ਉਹਨਾਂ ਦਾ? ਔਰ ਖਾਸ ਕਰਕੇ ਜਦ ਤੋਂ ਉਹ ਖੜਗੇ ਸਾਹਿਬ ਨੂੰ ਮਿਲ ਕੇ ਆਏ ਨੇ, ਭਾਵੇਂ ਉਹਨਾਂ ਨੇ ਬਿਆਨ ਇਹ ਦਿੱਤਾ ਕਿ ਖੜਗੇ ਸਾਹਿਬ ਨੇ ਮੇਰੀ ਗੱਲ ਬੜੀ ਧਿਆਨ ਨਾਲ ਸੁਣੀ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਏਦਾਂ ਦਾ ਕੋਈ ਵੀ ਫੈਸਲਾ ਹੋਏਗਾ ਉਸ ਤੋਂ ਪਹਿਲੇ ਤੁਹਾਡੀ ਰਾਏ ਦੁਬਾਰਾ ਲਿੱਤੀ ਜਾਏਗੀ। ਉਹ ਰਾਏ ਤਾਂ ਉਹ ਦੇ ਚੁੱਕੇ ਨੇ, ਉਸ ਦਿੱਤੀ ਹੋਈ ਰਾਏ ਦਾ ਕੀ ਬਣਿਆ ਉਹਦੇ ਬਾਰੇ ਚ ਖੜਗੇ ਸਾਹਿਬ ਨੇ ਕੀ ਕਿਹਾ, ਇਹ ਵੀ ਬਾਜਵਾ ਸਾਹਿਬ ਨੇ ਨਹੀਂ ਦੱਸਿਆ। ਹੁਣ ਦੱਸੋ ਤੁਸੀਂ, ਜਿਸ ਮੁੱਦੇ ਦੇ ਉੱਤੇ ਤੁਸੀਂ ਆਪ ਕਨਫਿਊਜ਼ ਹੋ, ਕਿਸੇ ਦੂਜੇ ਦੀ ਕਨਫਿਊਜ਼ਨ ਕਿੱਦਾਂ ਦੂਰ ਕਰ ਸਕਦੇ ਹੋ? ਹੁਣ ਦਿੱਕਤ ਤੇ ਐਵੇਂ ਕਿ ਥੱਲੇ
ਪਾਰਟੀ ਵਰਕਰ ਬਲਾਕ ਪ੍ਰਧਾਨ ਜੇ ਖਿਸਕ ਗਏ ਤੇ ਫਿਰ ਲੀਡਰ ਰਹਿ ਜਾਣਗੇ ਕਾਂਗਰਸ ਦੇ ਵਿੱਚ। ਉਹਨਾਂ ਲੀਡਰਾਂ ਕੋਲ ਕੋਈ ਹੋਰ ਚਾਰਾ ਨਹੀਂ ਹੈ। ਜਿਹੜਾ ਹੁਣ 1 2 3 ਸਪਟੈਂਬਰ ਨੂੰ ਮੀਟਿੰਗ ਹੈਗੀ ਹੈ ਮੁੰਬਈ ਦੇ ਵਿੱਚ, ਜੇ ਉੱਥੇ ਸੀਟ ਸ਼ੇਅਰਿੰਗ ਹੋ ਗਈ ਤੇ ਕੀ ਕਹਿਣਗੇ ਰਾਜਾ ਵੜਿੰਗ ਹੋਣਾ। ਹਾਲਾਂਕਿ ਕੁਝ ਖੱਲਾਂ ਤੇ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਰਾਜਾ ਵੜਿੰਗ ਹੋਣਾ ਕਹਿੰਦੇ ਆ ਵੀ ਕਿਸੇ ਵੀ ਤਰੀਕੇ ਨਾਲ ਮੀਡੀਆ ਨੂੰ ਵੀ ਰਿਸਪੌਂਸੀਬਲ ਠਹਿਰਾਉਂਦੇ ਨੇ, ਉਹ ਸਾਨੂੰ ਤੁਹਾਨੂੰ ਵੀ ਰਿਸਪੌਂਸੀਬਲ ਠਹਿਰਾਉਂਦੇ ਨੇ ਕਿ ਐਵੇਂ ਹੀ ਗੱਲਾਂ ਕਰੀ ਜਾਂਦੇ ਨੇ 8 5 9 4 6 7, ਲੇਕਿਨ ਏਦਾਂ ਦਾ ਕੋਈ ਵੀ ਫੈਸਲਾ ਨਹੀਂ ਹੋਇਆ। ਹਾਂ, ਅਸੀਂ ਇਹ ਗੱਲ ਮੰਨਦੇ ਆ ਰਾਜਾ ਵੜਿੰਗ ਹੋਣਾ ਦੀ ਕਿ ਇਹ ਫੈਸਲਾ ਨਹੀਂ ਹੋਇਆ। ਇਹ ਫੈਸਲਾ ਜਦ ਹੋਏਗਾ ਤੇ ਤੁਹਾਨੂੰ ਪੁੱਛਿਆ ਜਾਏਗਾ ਕਿ ਨਹੀਂ ਪੁੱਛਿਆ ਜਾਏਗਾ। ਤੁਸੀਂ ਜਿਹੜੀ ਕਨਫਿਊਜ਼ਨ ਥੱਲੇ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ, ਪਹਿਲੇ ਆਪ ਦੀ ਕਨਫਿਊਜ਼ਨ ਤੋਂ ਕੱਢ ਲਓ, ਜਾਂ ਤੇ ਫਿਰ ਡਟ ਕੇ ਕਹੋ ਕਿ ਅਗਰ ਇਹ ਅਲਾਈਅੰਸ ਹੋਇਆ ਤੇ ਫਿਰ ਮੈਂ ਕਰ ਦੂੰਗਾ ਰਿਜ਼ਾਈਨ, ਮੈਂ ਕਰ ਦੂੰਗਾ ਸਿਆਸਤ ਤੋਂ ਛੁੱਟੀ। ਪਰ ਇਹ ਗੱਲ ਹਜੇ ਉਹਨਾਂ ਨੇ ਚੇਚੇ ਤੌਰ ਤੇ ਕਹੀ ਨਹੀਂ ਹੈ। ਪਰ ਚਲੋ, ਹੁਣ ਕਈ ਵਾਰ ਦੂਜਿਆਂ ਦੀ ਕਨਫਿਊਜ਼ਨ ਨੂੰ ਦੂਰ ਕਰਨ ਵਾਸਤੇ ਆਪਣੀ ਕਨਫਿਊਜ਼ਨ ਦੇ ਉੱਤੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਹੜੀ ਸੀਟ ਸ਼ੇਅਰਿੰਗ ਹੈ ਉਹ ਬਿਲਕੁਲ ਨਹੀਂ ਹੋਏਗੀ, ਇਹ ਅਸੀਂ ਵੀ ਦਾਅਵੇ ਨਾਲ ਕਹਿੰਦੇ ਆ, ਕਿਉਂਕਿ ਇਹਨਾਂ ਕੋਲ ਮੁੜ ਕੇ ਬਚਣਾ ਹੀ ਕੱਖ ਨਹੀਂ, ਜ਼ਮੀਨ ਹੀ ਨਹੀਂ ਬਚਣੀ। ਇੰਦਰਪ੍ਰੀਤ ਜੀ, ਮੈਂ ਨੈਸ਼ਨਲ ਪੋਲਿਟਿਕਸ 'ਚ ਭਾਸਕਰ ਸਾਹਿਬ ਕੋਲ ਜਾਣਾ, ਪਰ ਮੈਂ ਤੁਹਾਡੇ ਕੋਲ 2-3 ਮੁੱਦੇ ਬਹੁਤ ਸੰਖੇਪ 'ਚ ਰੱਖਿਓ, ਫਿਰ ਸਮਾਂ ਬਹੁਤ ਹੋ ਗਿਆ। ਇੱਕ ਤਾਂ ਮਨੀਪੁਰ ਦੇ ਵਿੱਚ ਜਿਹੜੀ ਹਿੰਸਾ ਹੋਈ ਆ, ਬਹੁਤ ਸਾਰੇ ਪਰਚੇ ਹੋਏ ਆ, ਬਹੁਤ ਸਾਰੇ ਬੰਦੇ ਫੜੇ ਗਿਆ। ਕੱਲ ਸੁਪਰੀਮ ਕੋਰਟ ਨੇ ਡੀਜੀਪੀ ਨੂੰ ਤਲਬ ਕੀਤਾ ਕਿ ਹੋ ਕੀ ਰਿਹਾ। ਦੂਜੇ ਬੰਨੇ ਇਸੇ ਸਮੇਂ ਹਰਿਆਣਾ ਬਲ ਉੱਠਿਆ। ਪਹਿਲਾਂ ਨੂਹ ਜ਼ਿਲ੍ਹੇ ਦੇ ਵਿੱਚ ਸੀ, ਬੰਦੇ 5 ਮਾਰੇ ਗਏ, ਕਿੰਨੇ ਮੇਰੇ ਖਿਆਲ 4 5 6 ਦਰਜਨ ਲੋਕ ਜ਼ਖਮੀ ਹੋ ਗਏ। ਹੁਣ ਇਹ ਕੱਲ ਦੀ ਸਾੜ ਫੂਕ ਸਾਰੀ ਗੜਗਾਉਂ 'ਚ ਹੋ ਰਹੀ ਹੈ, ਜਿਹਨੂੰ ਹੁਣ ਗੁਰੂਗ੍ਰਾਮ ਕਹਿੰਦੇ ਆ, ਦਿੱਲੀ ਦੇ ਐਨ ਬਰੂਹਾਂ ਤੇ ਦਿੱਲੀ ਦੇ ਵਿੱਚ ਵੀ ਜੇ ਇਹ ਅੱਗ ਭੜਕਦੀ ਆ, ਤੁਹਾਨੂੰ ਪਤਾ ਨੁਕਸਾਨ ਕਿੰਨੇ ਹੁੰਦੇ ਆ। ਆਖਿਰ ਇਲੈਕਸ਼ਨ ਤੋਂ ਪਹਿਲਾਂ 2024 ਤੋਂ ਪਹਿਲਾਂ ਇਹ ਕਿਸ ਤਰ੍ਹਾਂ ਦਾ ਇੱਕ ਵਰਤਾਰਾ ਹੈ। ਔਰ ਹੁਣ ਲੋਕ ਡਰੇ ਹੋਏ ਨੇ ਇੱਕ ਵਾਰੀ ਫਿਰ ਤੋਂ, ਕਿਉਂਕਿ ਦੁਨੀਆ ਬੜੀ ਅੱਗੇ ਵੱਧ ਚੁੱਕੀ ਆ ਔਰ ਇਸ ਤਰ੍ਹਾਂ ਦੀਆਂ ਹਿੰਸਾ ਦੀ ਕਿੰਨੀ ਕੁ ਜਗ੍ਹਾ। ਇਹ ਦੋ ਗੱਲਾਂ ਨੂੰ ਜ਼ਰੂਰ ਟੱਚ ਕਰ ਦਿਓ। ਵੈਸੇ ਅੱਜ ਸੁਣਵਾਈ 370 ਤੇ ਵੀ ਸ਼ੁਰੂ ਹੋਣੀ ਆ ਸੁਪਰੀਮ ਕੋਰਟ ਦੇ ਵਿੱਚ, ਪਰ ਮੈਂ ਦੋਵਾਂ ਮਾਮਲਿਆਂ ਤੇ ਤੁਹਾਡੇ ਕੋਲ ਬਿਲਕੁਲ ਸੰਖੇਪ ਦੇ ਵਿੱਚ ਰੱਖਿਓ। ਬਿਲਕੁਲ, ਮੈਂ ਬਹੁਤ ਸੰਖੇਪ ਹੀ ਰੱਖੂੰਗਾ। ਦੇਖੋ, ਮਣੀਪੁਰ ਦਾ ਵਾਲਾ ਮਾਮਲਾ ਜਿਹੜਾ ਹੈਗਾ ਉਹ ਬੜੇ ਕਈ ਦਿਨਾਂ ਤੋਂ ਚੱਲ ਰਿਹਾ ਹੈ, ਪਰ ਹਜੇ ਤੱਕ ਵੀ ਉਹ ਅਸੀਂ ਉਸ ਹਿੰਸਾ ਨੂੰ ਰੋਕ ਨਹੀਂ ਪਾ ਰਹੇ। ਡੇ ਬਾਈ ਡੇ ਕੁਝ ਨਾ ਕੁਝ ਹੁੰਦਾ ਹੈ। ਉਹ 'ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਜੇ ਸਾਡੇ ਕੋਲ ਬਹੁਤ ਕੁਝ ਆ ਵੀ ਨਹੀਂ ਰਿਹਾ, ਕਿਉਂਕਿ ਉੱਥੇ ਜਿਹੜਾ ਹੈਗਾ ਇੰਟਰਨੈਟ ਬੰਦ ਹੈ। ਇਸ ਕਰਕੇ ਬਹੁਤ ਕੁਝ ਜਿੰਨਾ ਕੁਝ ਵੀ ਆ ਰਿਹਾ ਹੈ ਉਹ ਸਿਰਫ ਬਹੁਤ ਖਾਸ ਕਿਸਮ ਦੀ ਲੀਕੇਜ ਜਿਹੜੀ ਅਗਰ ਜਾਂ ਤਾਂ ਕਰਵਾਈ ਜਾ ਰਹੀ ਹੈ ਉਹੀ ਆ ਰਿਹਾ, ਤੇ ਜਾਂ ਫਿਰ ਜਿਹੜੇ ਆਪਣੇ ਕੋਈ ਰਿਸ਼ਤੇਦਾਰਾਂ ਨੂੰ ਭੇਜਤੀ ਹੋਵੇ, ਕੋਈ ਗਿਆ ਹੋਵੇ ਬੰਦਾ ਤਾਂ ਉਹ ਭੇਜ ਰਹੇ ਨੇ। ਬਹੁਤ ਸਾਰੀਆਂ ਦਿੱਕਤਾਂ ਉੱਤੇ ਹੈਗੀਆਂ ਨੇ, ਕਿਉਂਕਿ ਜਿਹੜੀ ਮੈਤੇਈ ਔਰ ਕੁਕੀ ਦੋ ਸਮੁਦਾਇ ਹੈਗੇ ਆ ਜਿਹੜੇ ਆਪਸ 'ਚ ਲੜ ਰਹੇ ਆ, ਉਹਨਾਂ ਦੇ ਵਿੱਚ ਇਸ ਕਿਸਮ ਦੀ ਲੜਾਈ ਹੋ ਚੁੱਕੀ ਹੈ ਕਿ ਉਹ ਸਿਵਲ ਵਾਰ ਟਾਈਪ ਚੱਲ ਰਿਹਾ ਉੱਥੇ। ਹੁਣ ਮਤਲਬ ਜਦੋਂ ਸਰਕਾਰ ਦੇ ਹੱਥੋਂ ਨਿਕਲ ਹੀ ਚੁੱਕੀ ਹੈ, ਤੁਸੀਂ ਦੇਖੋ ਨਾ ਤਾਂ ਡੀਜੀਪੀ ਕੁਝ ਕਰ ਪਾ ਰਹੇ ਆ, ਨਾ ਸੀਐਮ ਕੁਝ ਕਰ ਪਾ ਰਹੇ ਆ, ਨਾ ਉੱਥੇ ਜਿਹੜੇ ਪੁਲਿਸ ਹੈ ਉਹਨਾਂ ਦੇ ਥਾਣੇ ਲੁੱਟੇ ਜਾ ਰਹੇ ਨੇ। 400 ਹਥਿਆਰ ਮਤਲਬ ਲੁੱਟ ਕੇ ਲੈ ਕੇ ਜਾਂਦੇ। ਤਾਂ ਇਹ ਜਿਹੜੀ ਸਥਿਤੀ ਹੈ, ਮੈਨੂੰ ਲੱਗਦਾ ਕਿ ਸਿਵਲ ਵਾਰ ਵੱਲ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਜਿਹਨੂੰ ਅਸੀਂ ਅਜੇ ਕੰਟਰੋਲ ਨਹੀਂ ਕਰ ਪਾ ਰਹੇ। ਤੇ ਕਮਾਲ ਦੀ ਗੱਲ ਇਹ ਹੈ ਕਿ ਹਜੇ ਤੱਕ ਕੰਟਰੀ ਦਾ ਪ੍ਰਾਈਮ ਮਿਨਿਸਟਰ ਵੀ ਇਸ ਤੇ ਚੁੱਪ ਧਾਰੀ ਬੈਠਾ, ਇੱਕ ਸਿੰਗਲ ਲਾਈਨ ਉਸ ਤੋਂ ਇਸ ਤੇ ਬੋਲੀ ਨਹੀਂ ਗਈ। ਇਹ ਬਹੁਤ ਹੈਰਾਨੀਜਨਕ ਗੱਲ ਹੈ, ਚਿੰਤਾ ਵਾਲੀ ਵੀ ਗੱਲ ਹੈ ਕਿ ਜੇ ਪ੍ਰਾਈਮ ਮਿਨਿਸਟਰ ਵੀ ਨਹੀਂ ਬੋਲ ਰਿਹਾ ਤਾਂ ਫਿਰ ਹੋਰ ਕਿਹਨੇ ਬੋਲਣਾ ਇਸ ਦੇ ਉੱਤੇ। ਦੂਜੀ ਗੱਲ, ਅਜੇ ਇਹ ਤਾਂ ਚੱਲ ਹੀ ਰਿਹਾ ਕਿ ਨਾਲ ਦੀ ਨਾਲ ਜਿਹੜਾ ਕੱਲ ਨੂਹ ਦੇ ਵਿੱਚ, ਪਰਸੋਂ ਨੂਹ 'ਚ ਸੀਗਾ, ਔਰ ਜਿਹੜੀ ਉਹ ਅੱਗ ਹੈ ਉਹ ਹੁਣ ਗੁੜਗਾਉਂ ਜਾਂ ਮੇਵਾਤ ਦੇ ਹੋਰ ਜਿਹੜੇ ਏਰੀਆਜ਼ ਨੇ ਉਹਨਾਂ ਤੱਕ ਵੀ ਫੈਲ ਗਈ ਹੈ। ਇਹ ਬਹੁਤ ਚਿੰਤਾ ਕਰਨ ਦਾ ਕਾਰਨ ਇਹਦਾ ਇਸ ਕਰਕੇ ਵੀ ਹੈ ਕਿਉਂਕਿ ਹੁਣ ਬਹੁਤ ਲੋਕ ਇਹ ਸਮਝਣ ਵੀ ਲੱਗ ਗਏ ਕਿ ਇਹ ਟੋਟਲ ਪਲਾਨਡ ਤਰੀਕੇ ਨਾਲ ਹੀ ਹੋ ਰਿਹਾ ਹੈ, ਕਿਉਂਕਿ 2024 ਬਹੁਤ ਕਲੋਜ਼ ਹੈ ਤੇ ਸ਼ਾਰਪ ਜਿਹੜੀ ਪੋਲਰਾਈਜੇਸ਼ਨ ਡਿਮਾਰਕੇਸ਼ਨ ਆਪਾਂ ਕਰਦੇ ਹਾਂ ਉਸ ਤਰ੍ਹਾਂ ਦੀ ਦਿਸ਼ਾ ਵੱਲ ਇੱਕ ਡਿਜ਼ਾਈਨ ਹੈ। ਮੈਨੂੰ ਲੱਗਦਾ ਕਿ ਉਸ ਤੇ ਬਹੁਤ ਯੋਜਨਾਬੱਧ ਤਰੀਕੇ ਨਾਲ ਵਧਿਆ ਜਾ ਰਿਹਾ ਹੈ, ਪਰ ਦਿੱਕਤ ਇਹ ਹੈ ਕਿ ਇਹਦਾ ਸ਼ਿਕਾਰ ਜਿਹੜੇ ਹੈਗੇ ਆ ਉਹ ਲੋਕ ਹੋ ਰਹੇ ਹੈ ਜਿਨ੍ਹਾਂ ਦਾ ਇਹਦੇ ਨਾਲ ਕੋਈ ਵਾਸਤਾ ਨਹੀਂ ਹੈ, ਜਿਹੜੇ ਇਸ ਅੱਗ ਦੀ ਸਿਰਫ ਚਪੇਟ 'ਚ ਆ ਰਹੇ ਹੈ। ਉਹ ਪੂਰੇ ਕੰਟਰੀ ਵਾਸਤੇ ਹੀ ਔਖੀ ਜਿਹੜੀ ਚਿੰਤਾ ਹੈ। ਇੱਕ ਗੱਲ ਸਿਰਫ ਇੱਕ ਨੂਹ ਜਾਂ ਮੇਵਾਤ ਦੀ ਨਹੀਂ ਹੈ ਜਾਂ ਗੁਰੂਗ੍ਰਾਮ ਦੀ ਨਹੀਂ ਹੈ। ਇਹ ਜਿਹੜੀ ਅੱਗ ਹੈ, ਜਿਹੜੀ ਜੇ ਇਸੇ ਤਰ੍ਹਾਂ ਹੀ ਚੱਲਦੀ ਰਹੀ ਤਾਂ ਮੈਨੂੰ ਲੱਗਦਾ ਇਹਨੇ ਬਹੁਤ ਜ਼ਿਆਦਾ ਏਰੀਆ ਆਪਣੇ ਕਲਾਵੇ 'ਚ ਲੈ ਲੈਣਾ। ਸਾਡੇ ਲਈ ਚਿੰਤਾ ਇਹ ਹੈ, ਅਸੀਂ ਆਪਣੇ ਬੱਚਿਆਂ ਦੇ ਮਨਾਂ 'ਚ ਕਿਸ ਤਰ੍ਹਾਂ ਵੈਰ ਤੇ ਵਿਰੋਧ ਭਰੀ ਜਾ ਰਹੇ ਹਾਂ, ਇਹ ਬਹੁਤ ਮਤਲਬ ਚਿੰਤਾ ਵਾਲਾ ਵਿਸ਼ਾ ਹੈ। ਇਸ ਦੇ ਉੱਤੇ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਨਿੱਠ ਕੇ ਬੈਠਣਾ ਪਊਗਾ ਜਾਂ ਇਹਨੂੰ ਘੱਟੋ ਘੱਟ ਦੇਖਣਾ ਬੰਦ ਕਰਨਾ ਪਊਗਾ, ਤਾਂ ਹੀ ਜਾ ਕੇ ਕਿਤੇ ਸ਼ਾਇਦ ਇਹ ਹੱਲ ਹੋਵੇ।
ਕਦੇ ਵੀ ਇਹਨਾਂ ਮਾਮਲਿਆਂ ਦੇ ਬੁਨਿਆਦੀ ਕਾਰਨ ਸਮਝ ਹੀ ਨਹੀਂ ਆਉਂਦੇ ਵੀ ਕਿੱਥੋਂ ਅੱਗ ਭੜਕੀ। ਕੋਈ ਗਲੀ ਦੀ ਲੜਾਈ ਇੰਨੀ ਵੱਡੀ ਕਿੱਦਾਂ ਫੈਲ ਗਈ, ਕੋਈ ਯਾਤਰਾ ਦਾ ਮਾਮਲਾ ਹੈ, ਕੋਈ ਸਮੁਦਾਇਆਂ ਦਾ ਮਾਮਲਾ ਹੈ, ਵਰਗੀਕਰਨ, ਸਮਾਜਿਕ ਵਰਗੀਕਰਨ ਦੇ ਵਿੱਚੋਂ ਵੋਟ ਕਿੱਥੇ ਨਿਕਲਦੀ, ਕੌਣ ਫਾਹ ਲੈ ਰਿਹਾ, ਕਿੱਦਾਂ ਹੋ ਰਿਹਾ, ਕੋਈ ਸਮਝ ਨਹੀਂ ਆਉਂਦੀ। ਇਹ ਕਿੰਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਦੰਗੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਉਹ ਰਾਈਟਸ ਹੁੰਦੇ ਰਹਿੰਦੇ ਆ ਤੇ ਫਿਰ ਮਿੱਟੀ ਪੈਂਦੀ ਰਹਿੰਦੀ ਉਹਨਾਂ ਤੇ। ਕੋਈ ਕਮਿਸ਼ਨ, ਕੋਈ ਚੀਜ਼ ਇਹਦੇ ਤੇ ਅੱਗੇ ਕੁਝ ਵੀ ਕੰਕਰੀਟ ਰਿਜ਼ਲਟ ਨਹੀਂ ਦਿੰਦਾ, ਕੁਝ ਵੀ ਐਸਾ ਨਹੀਂ ਹੁੰਦਾ ਜਿਹੜਾ ਇਹ ਪ੍ਰਬੰਧ ਕਰ ਸਕੇ ਕਿ ਅੱਗੇ ਤੋਂ ਨਾ ਹੋਵੇ। ਅਸੀਂ ਇਹਨੂੰ ਭਾਣੇ ਵਾਂਗ ਹੀ ਮੰਨਣ ਲੱਗੇ ਹਾਂ। ਭਾਸਕਰ ਸਾਹਿਬ, ਨੈਸ਼ਨਲ ਪੋਲਿਟਿਕਸ ਦੇ ਵਿੱਚ ਜਿਹੜਾ ਆਰਡੀਨੈਂਸ ਆ ਔਰ ਅਵਿਸ਼ਵਾਸ ਮਤ ਹੈ, ਇਹਨੇ ਬੜਾ ਤਿੱਖਾ ਵਰਗੀਕਰਨ ਕਰਤਾ ਹੈ। ਦੋ ਧਰਾਵਾਂ 'ਚ ਸਾਰੀ ਦੀ ਸਾਰੀ ਸੰਸਦ ਔਰ ਸਾਰੇ ਦੇਸ਼ ਦੀ ਰਾਜਨੀਤੀ ਲਗਭਗ ਅੱਗੇ ਵਧ ਰਹੀ ਹੈ, ਪਰ ਸ਼ਰਦ ਪਵਾਰ ਦੀ ਰਾਜਨੀਤੀ ਅਜੇ ਵੀ ਕਿਸੇ ਨੂੰ ਸਮਝ ਨਹੀਂ ਆਈ। ਉਂਝ ਵੈਸੇ ਉਹਨਾਂ ਨੇ ਹੋਰ ਜੁਗਾੜ ਕਰ ਲਿਆ, ਪਟਨਾਇਕ ਸਾਹਿਬ ਨੂੰ ਉਧਰ ਜਗਨ ਮੋਹਨ ਰੈਡੀ ਦੇ ਨਾਲ ਆਪਣੇ ਖੇਮੇ 'ਚ ਰਲਾ ਲਿਆ। ਮੈਨੂੰ ਲੱਗਦਾ ਆਰਡੀਨੈਂਸ ਤੇ ਹੁਣ ਕੋਈ ਮੁਸ਼ਕਲ ਆਉਣੀ ਨਹੀਂ, ਕਢਾ ਕੇ ਲੈ ਜਾਣਗੇ ਅਗਲੇ। ਤੇ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਆ, ਉਹ ਵੀ 8 ਤੋਂ ਉਹਦੇ ਤੇ ਵੀ ਮੈਨੂੰ ਲੱਗਦਾ ਬਹਿਸ ਹੋਣੀ ਹੈ। ਤੇ ਇਹ ਸਾਰੀਆਂ ਗੱਲਾਂ ਤਾਂ ਆਪਾਂ ਦੇਖ ਹੀ ਰਹੇ ਹਾਂ, ਪਰ ਨੈਸ਼ਨਲ ਪੋਲਿਟਿਕਸ ਹੋ ਬੜੀ ਰੌਚਕ ਗਈ ਹੈ ਜੀ। ਬਿਲਕੁਲ ਬਿਲਕੁਲ ਹੋਰ ਤਰੀਕੇ ਦੀ ਹੋ ਗਈ ਹੈ ਨੈਸ਼ਨਲ ਪੋਲਿਟਿਕਸ। ਆਰਡੀਨੈਂਸ ਦੇ ਮੁੱਦੇ ਦੇ ਉੱਤੇ ਕੱਲ ਜਦ ਲੋਕ ਸਭਾ ਦੇ ਵਿੱਚ ਇਹ ਬਿੱਲ ਪੇਸ਼ ਕੀਤਾ ਗਿਆ, ਉਸ ਟਾਈਮ ਕਾਂਗਰਸ ਦੇ ਲੀਡਰਾਂ ਨੇ, ਖਾਸ ਕਰਕੇ ਅਧੀਰ ਰੰਜਨ ਚੌਧਰੀ, ਉਹਨਾਂ ਨੇ ਬੜਾ ਰੌਲਾ ਪਾਇਆ। ਉਹਨਾਂ ਨੇ ਕਿਹਾ ਅਨਕਨਸਟੀਟਿਊਸ਼ਨਲ ਹੈਗਾ, ਇਹ ਇਲੈਕਟਿਡ ਗਵਰਨਮੈਂਟ ਦੇ ਕੰਮਕਾਜ ਦੇ ਵਿੱਚ ਦਖਲ ਦੇਣ ਵਾਲੀ ਗੱਲ ਹੈਗੀ ਹੈ। ਔਰ ਇੱਥੇ ਤੱਕ ਵੀ ਕਿਹਾ ਕਿ ਇਹਦੇ ਰਾਹੀਂ ਫੈਡਰਲ ਸਿਸਟਮ ਦੇ ਉੱਤੇ ਸਿੱਧਾ ਅਟੈਕ ਹੈ। ਔਰ ਜਿਹੜੇ ਸਾਡੇ ਅਮਿਤ ਸ਼ਾਹ ਗ੍ਰਹਿ ਮੰਤਰੀ ਹੈਗੇ ਨੇ, ਉਹਨਾਂ ਨੇ ਇੱਕ ਜਵਾਬ ਦਿੱਤਾ, ਕਹਿੰਦੇ ਜੀ ਆ ਸਾਰੇ ਤੁਹਾਡੇ ਆਬਜੈਕਸ਼ਨ ਹੈਗੇ ਨੇ ਪੋਲੀਟੀਕਲ। ਕਨਸਟੀਟਿਊਸ਼ਨ ਸਾਨੂੰ ਅਲਾਉ ਕਰਦਾ ਹੈ, ਸਾਨੂੰ ਰਾਈਟਸ ਦਿੰਦਾ, ਅਸੀਂ ਕਿਸੇ ਵੀ ਤਰੀਕੇ ਦੇ ਕਾਨੂੰਨ ਦਿੱਲੀ ਨੂੰ ਲੈ ਕੇ, ਦਿੱਲੀ ਦੀ ਸਰਵਿਸਿਜ਼ ਨੂੰ ਲੈ ਕੇ, ਦਿੱਲੀ ਦੇ ਕੰਮਕਾਜ ਨੂੰ ਲੈ ਕੇ ਅਸੀਂ ਪਾਸ ਕਰ ਸਕਦੇ ਹਾਂ, ਸਾਨੂੰ ਕਨਸਟੀਟਿਊਸ਼ਨ ਅਲਾਉ ਕਰਦਾ ਹੈ। ਇਸ ਸਾਰੇ ਰੋਲੇ ਰੱਪੇ ਦੇ ਵਿੱਚ ਇਹ ਆ ਗਿਆ ਲੋਕ ਸਭਾ ਦੇ ਪਟਲ ਦੇ ਵਿੱਚ। ਤੇ ਹੁਣ ਉੱਥੇ ਵਾਈਐਸਆਰ ਉਹਨਾਂ ਨੇ ਤੇ ਪਹਿਲਾਂ ਹੀ ਸਪੋਰਟ ਕਰਤਾ ਸੀ, ਉਹਨਾਂ ਦੇ ਲੋਕ ਸਭਾ ਦੇ ਵਿੱਚ 22 MP ਹੈ। ਔਰ ਹੁਣ ਬੀਜੇਡੀ, ਬੀਜੂ ਜਨਤਾ ਦਲ, ਜਿਹੜੇ ਕੰਧ 'ਚ ਬੈਠੇ ਹੋਏ ਸੀ, ਉਹ ਵੀ ਕੰਧ ਤੋਂ ਉਤਰ ਕੇ ਹੁਣ ਇਸ ਪਾਸੇ ਆ ਚੁੱਕੇ ਨੇ ਕੱਲ। ਔਰ ਉਹਨਾਂ ਨੇ ਵੀ ਐਲਾਨ ਕਰਤਾ ਵੀ ਅਸੀਂ ਦਿੱਲੀ ਵਾਲਾ ਜਿਹੜਾ ਆਰਡੀਨੈਂਸ ਦਾ ਬਿੱਲ ਹੈਗਾ ਉਹਨੂੰ ਐਕਟ ਬਣਨ ਦੇ ਵਿੱਚ ਮਦਦ ਕਰਾਂਗੇ। ਤੇ ਉਹਨਾਂ ਨੇ ਵੀ ਲੋਕ ਸਭਾ ਦੇ ਵਿੱਚ, ਹੁਣ ਲੋਕ ਸਭਾ ਦੇ ਵਿੱਚ ਇਹ ਬਿੱਲ ਪਾਸ ਹੋਣਾ ਕੋਈ ਮੁਸ਼ਕਿਲ ਨਹੀਂ ਹੈ। ਵੈਸੇ ਤੇ ਇਹ ਦੋ ਨਾਂ ਵੀ ਆਉਂਦੇ ਤੇ ਪਾਸ ਹੋਣਾ ਕੋਈ ਮੁਸ਼ਕਿਲ ਨਹੀਂ ਸੀ, ਪਰ ਹਾਂ ਰਾਜ ਸਭਾ ਦੇ ਵਿੱਚ ਜਦ ਇਹ ਪੇਸ਼ ਹੋਏਗਾ, ਉੱਥੇ ਵੀ ਆਸਾਨੀ ਨਾਲ ਭਾਜਪਾ ਇਹਨੂੰ ਪਾਸ ਕਰਾ ਲੇਗੀ। ਬੀਜੂ ਜਨਤਾ ਦਲ ਔਰ ਵਾਈਐਸਆਰ, ਜਿਨ੍ਹਾਂ ਦੇ 9 ਰਾਜ ਸਭਾ ਦੇ ਵਿੱਚ MP ਹੈਗੇ ਨੇ, ਉਹਨਾਂ ਦੀ ਸਪੋਰਟ ਦੇ ਨਾਲ ਟੋਟਲ 238 ਵਾਲੀ ਰਾਜ ਸਭਾ ਦੇ ਵਿੱਚ ਹੁਣ 121 ਵੋਟ ਐਨਡੀਏ ਨੂੰ ਪੈਣਗੇ, ਯਾਨੀ MP 121 ਐਨਡੀਏ ਦੇ ਨਾਲ ਹੋਣਗੇ। ਔਰ ਇੰਡੀਆ ਸਾਰਾ ਧਾਮ ਚਾਮ ਮਿਲਾ ਕੇ, ਉਹ ਜਿਹੜੇ ਅਲਾਈਅੰਸ ਦੀ ਗੱਲ ਕਰਦੇ ਆ ਆਪਾਂ, 110 ਤੱਕ ਹੀ ਸਿਮਟ ਕੇ ਰਹਿ ਜਾਣਗੇ। ਹੁਣ ਕੇਜਰੀਵਾਲ ਉਹਨਾਂ ਦੀ ਉਹ ਸਾਰੀ ਮਿਹਨਤ, ਉਹ ਸਾਡੇ ਸੂਬੇ ਦਾ ਹੈਲੀਕਾਪਟਰ ਜਿਹੜਾ ਤੇਲ ਪਵਾ ਕੇ ਵੀ ਥੱਕ ਗਿਆ ਸੀਗਾ ਕਈ ਸੂਬਿਆਂ ਦੇ ਵਿੱਚ ਜਾ ਕੇ, ਉਹਦਾ ਵੀ ਕੋਈ ਬਹੁਤਾ ਜ਼ਿਆਦਾ ਫਾਇਦਾ ਨਜ਼ਰ ਹੁੰਦਾ ਨਹੀਂ ਆਉਂਦਾ। ਔਰ ਜਿੱਥੇ ਤੱਕ ਗੱਲ ਨੋ ਕੌਨਫੀਡੈਂਸ ਮੋਸ਼ਨ ਦੀ ਹੈ, ਨੋ ਕੌਨਫੀਡੈਂਸ ਮੋਸ਼ਨ ਦੇ ਉੱਤੇ ਭਾਵੇਂ ਸਪੀਕਰ ਓਮ ਬਿਰਲਾ ਉਹਨਾਂ ਨੇ ਐਕਸੈਪਟ ਕਰ ਲਈ ਸੀਗੀ, ਉਹ ਜਿਹੜੇ ਗਗੋਈ ਸਾਹਿਬ ਦੀ ਉਹ ਨੋਟਿਸ ਮੋਸ਼ਨ ਕਹਿ ਲਓ, ਪਰ ਹੁਣ ਉਹਦੇ ਉੱਤੇ ਇੱਕ ਡੇਟ ਡਿਸਾਈਡ ਹੋ ਗਈ ਹੈ। ਅਗਸਤ 8 ਨੂੰ ਨੋ ਕੌਨਫੀਡੈਂਸ ਮੋਸ਼ਨ ਦੇ ਮੁੱਦੇ ਦੇ ਉੱਤੇ ਡਿਸਕਸ਼ਨ ਸ਼ੁਰੂ ਹੋਏਗੀ। ਔਰ ਅਗਸਤ 10 ਨੂੰ ਪ੍ਰਧਾਨ ਮੰਤਰੀ ਇਸ ਮੁੱਦੇ ਦੇ ਉੱਤੇ, ਖਾਸ ਕਰਕੇ ਉਹ ਮਨੀਪੁਰ ਦੇ ਮੁੱਦੇ ਦੇ ਉੱਤੇ ਕੀ ਬੋਲਦੇ ਨੇ, ਜਿਹਦੇ ਕਰਕੇ ਇਹ ਸਾਰੀ ਚੀਜ਼ਾਂ ਰਚੀ ਗਈ ਹੈ, ਉਹ ਤੇ ਨਜ਼ਰ ਬਾਅਦ ਚ ਆਏਗੀ। ਲੇਕਿਨ ਅਗਸਤ 10 ਨੂੰ ਪ੍ਰਧਾਨ ਮੰਤਰੀ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਇਸ ਮੁੱਦੇ ਦੇ ਉੱਤੇ ਬੋਲਣਗੇ। ਔਰ ਉਸ ਤੋਂ ਬਾਅਦ ਇਹ ਮੌਨਸੂਨ ਸੈਸ਼ਨ ਹੋ ਜਾਏਗਾ ਖਤਮ। ਹੁਣ ਤੁਸੀਂ ਸ਼ਰਦ ਪਵਾਰ ਉਹਨਾਂ ਦੀ ਗੱਲ ਕੀਤੀ ਸੀ ਮੋਦੀ ਸਾਹਿਬ ਨਾਲ, ਜਦ ਉਹਨਾਂ ਨੇ ਪੂਨੇ ਦੇ ਵਿੱਚ ਸਟੇਜ ਸਾਂਝਾ ਕੀਤਾ, ਉਹਦੇ ਵਿੱਚ ਅਜੀਤ ਪਵਾਰ ਵੀ ਬੈਠੇ ਸੀਗੇ ਤੇ ਸ਼ਿੰਦੇ ਸਾਹਿਬ ਵੀ ਬੈਠੇ ਸੀਗੇ, ਮੁੱਖ ਮੰਤਰੀ ਹੈਗੇ ਨੇ, ਉਪ ਮੁੱਖ ਮੰਤਰੀ ਹੈਗੇ ਨੇ। ਤੇ ਉਸ ਤੋਂ ਬਾਅਦ ਇੱਕ ਸਟੇਟਮੈਂਟ ਬਾਹਰ ਜਾ ਕੇ ਅਜੀਤ ਪਵਾਰ ਉਹਨਾਂ ਨੇ ਦੇਤੀ ਕਿ ਚਾਚਾ ਜੀ ਤੇ ਮੈਂ ਇਕੱਠੇ ਹੀ ਹਾਂ। ਹੁਣ ਇਸ ਸਟੇਟਮੈਂਟ ਦੇ ਉੱਤੇ ਬੜਾ ਪੰਗਾ ਪੈ ਗਿਆ ਵੀ ਚਾਚਾ ਜੀ ਉਹ ਇਕੱਠੇ ਨੇ, ਤੇ ਫੇਰ ਤੇ ਅੱਗੇ ਚੱਲ ਕੇ ਜਿਹੜਾ ਇੰਡੀਆ ਦੀ ਕਵਾਇਦ ਚੱਲ ਰਹੀ ਹੈ, ਜਿਹਦੀ ਮੇਜ਼ਬਾਨੀ 1, 2, 3 ਨੂੰ NCP ਤੇ ਸ਼ਰਦ ਪਵਾਰ ਹੀ ਕਰਨ ਵਾਲੇ ਨੇ, ਤੇ ਫਿਰ ਉਹਦਾ ਬਣੂਗਾ ਕੀ? ਫਿਰ ਅਜੀਤ ਪਵਾਰ ਉਹਨਾਂ ਨੇ ਵੀ ਕਿਹਾ, ਮੇਰਾ ਕਹਿਣ ਦਾ ਮਤਲਬ ਸੀਗਾ ਵੀ ਚਾਚਾ ਜੀ ਤੇ ਮੈਂ ਇਕੱਠੇ ਆ ਫੈਮਿਲੀ ਦੇ ਪੱਧਰ ਤੇ, ਪੋਲੀਟੀਕਲ ਰਾਹ ਸਾਡੀ ਵੱਖਰੀ ਹੋ ਸਕਦੀ ਹੈ, ਪਰ ਕੱਲ ਮੋਦੀ ਸਾਹਿਬ ਦੀ ਸਟੇਜ ਦੇ ਉੱਤੇ ਸ਼ਰਦ ਪਵਾਰ ਉਹਨਾਂ ਦਾ ਮਿਲਣਾ, ਇੱਕ ਦੂਜੇ ਦੀ ਤਾਰੀਫ ਕਰਨਾ, ਉਹ ਕਾਂਗਰਸ ਦੇ ਲੀਡਰਾਂ ਨੂੰ ਜਾਂ ਇੰਡੀਆ ਦੇ ਲੀਡਰਾਂ ਨੂੰ ਕੋਈ ਬਹੁਤਾ ਚੰਗਾ ਨਹੀਂ ਲੱਗਿਆ। ਸਾਹਮਣਾ ਯਾਨੀ ਸ਼ਿਵ ਸੈਨਾ ਦੇ ਸਾਹਮਣਾ ਨਿਊਜ਼ਪੇਪਰ ਨੂੰ ਵਿੱਚ ਇਸ ਗੱਲ ਨੂੰ ਕ੍ਰਿਟੀਸਾਈਜ਼ ਵੀ ਕੀਤਾ ਔਰ ਕਿਹਾ ਗਿਆ ਕਿ ਚੰਗਾ ਹੁੰਦਾ ਜੇ ਸ਼ਰਦ ਪਵਾਰ ਉਹਨਾਂ ਇਸ ਜਿਹੜੀ ਮੀਟਿੰਗ ਸੀਗੀ, ਇਵੈਂਟ ਸੀਗੀ,
ਉਸ ਤੋਂ ਦੂਰੀਆਂ ਬਣਾ ਕੇ ਰੱਖਦੇ। ਪਰ ਇਹ ਇੱਕ ਅਜੀਬ ਜੀ ਪੋਲਿਟਿਕਸ ਚੱਲ ਰਹੀ ਹੈ। ਔਰ ਸ਼ਰਦ ਪਵਾਰ ਉਹ ਆਪਣੇ ਆਪ ਵਿੱਚ ਬੜੇ ਘਾਗ ਮੰਨੇ ਜਾਂਦੇ ਨੇ ਪੋਲਿਟੀਕਲ ਪੂਰੇ ਮੂਵਮੈਂਟ ਦੇ। ਹੁਣ ਅੱਗੇ ਚੱਲ ਕੇ ਕੋਈ ਹੋਰ ਝਟਕਾ ਦਿੰਦੇ ਆ ਕਿ ਨਹੀਂ ਦਿੰਦੇ, ਇਹ ਤੇ ਬਾਅਦ ਚੋਂ ਪਤਾ ਲੱਗੇਗਾ। ਪਰ ਫਿਲਹਾਲ 1 2 3 ਜਿਸ ਦਿਨ ਇਹ ਮੀਟਿੰਗ ਹੋਏਗੀ ਇੰਡੀਆ ਦੀ ਮੁੰਬਈ ਦੇ ਵਿੱਚ, ਉਹਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਸਾਰੀ ਪੋਲੀਟੀਕਲ ਪਾਰਟੀਆਂ ਦੂਜੇ ਸੂਬਿਆਂ ਦੇ ਵਿੱਚ ਆਪਣਾ ਆਧਾਰ ਬਣਾਉਣ ਦੀ ਗੱਲ ਕਰਨਗੇ। ਹੁਣ ਤ੍ਰਿਣਮੂਲ ਕਾਂਗਰਸ ਯੂਪੀ ਦੇ ਵਿੱਚ ਵੀ ਇਲੈਕਸ਼ਨ ਲੜਦੀ ਹੈ, ਯੂਪੀ ਦੇ ਸਮਾਜਵਾਦੀ ਪਾਰਟੀ ਹਰਿਆਣਾ ਦੇ ਵਿੱਚ ਵੀ ਇਲੈਕਸ਼ਨ ਲੜਦੇ ਨੇ, ਕੇਜਰੀਵਾਲ ਸਾਹਿਬ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਵੀ ਇਲੈਕਸ਼ਨ ਲੜਨਾ ਚਾਹੁੰਦੇ ਨੇ। ਹੁਣ ਇਸ ਕਵਾਇਦ ਦੇ ਵਿੱਚ ਇਹ ਬੜਾ ਵੱਡਾ ਗੁੰਝਲ ਹੈ। ਜੇ ਇਸ ਗੁੰਝਲ ਨੂੰ ਸੋਲਵ ਕਰਨ ਦੇ ਵਿੱਚ ਕਾਮਯਾਬ ਹੋ ਗਈ ਇੰਡੀਆ ਤੇ ਫਿਰ ਤੇ ਗੱਲ ਠੀਕ ਹੈ, ਵਰਨਾ ਇਸ ਗੁੰਝਲ ਦੇ ਵਿੱਚ ਹੀ ਉਲਝ ਕੇ ਨਾ ਰਹਿ ਜਾਣ। ਇਹ ਵੀ ਇੱਕ ਬੜਾ ਕਿਹੜਾ ਸਵਾਲ ਹੈ। ਸਵਾਲ ਤੇ ਤੁਸੀਂ ਟੇਢਾ ਪਹਿਲਾਂ ਵੀ ਪਾਇਆ। ਤੁਸੀਂ ਕਹਿ ਰਹੇ ਸ਼ਰਦ ਪਵਾਰ ਮੇਜ਼ਬਾਨੀ ਕਰਨ ਵਾਲੇ ਆ। ਨਾ ਉਹ ਕਰ ਰਹੀ ਸ਼ਿਵ ਸੈਨਾ ਵਾਲੇ ਮੇਜ਼ਬਾਨੀ ਕਰ ਰਹੇ ਸੀ। ਐਨਸੀਪੀ ਤੇ ਸ਼ਿਵ ਸੈਨਾ ਦੋਨੋਂ ਮਿਲ ਕੇ ਕਰ ਰਹੇ। ਸ਼ਰਦ ਪਵਾਰ ਸਾਹਿਬ ਨੇ ਤੇ ਕਿਹਾ ਸੀ ਵੀ ਮੈਂ ਉਦੋਂ ਰੁਝੇਵੇਂ ਚ ਆ, ਇਸ ਕਰਕੇ ਦੀਆਂ ਡੇਟਾਂ ਡੂਟਾਂ ਕਰੋ ਤਬਦੀਲ। ਦੂਜੇ ਬੰਨੇ ਇੱਕ ਤੁਸੀਂ ਹੋਰ ਸਵਾਲ ਜਿਹਾ ਖੜਾ ਕਰਕੇ, ਉਹ ਸਾਡੇ ਪੰਜਾਬ ਨਾਲ ਜੁੜਦਾ ਹੈ। ਜਦੋਂ ਅਧੀਰ ਰੰਜਨ ਚੌਧਰੀ ਆਮ ਆਦਮੀ ਪਾਰਟੀ ਵੱਲੋਂ ਆਰਡੀਨੈਂਸ ਦੇ ਖਿਲਾਫ, ਆਮ ਆਦਮੀ ਪਾਰਟੀ ਦੇ ਖਿਲਾਫ ਹੀ ਹੈ ਨਾ, ਉਹੀ ਉਹਨਾਂ ਦੇ ਹੱਕ 'ਚ ਹੀ ਬੋਲ ਰਹੇ ਸੀਗੇ। ਉਹ ਰਾਜਾ ਵੜਿੰਗ ਸਾਹਿਬ ਨੂੰ ਜ਼ਰੂਰ ਸੁਣਾਓ ਕਿ ਵਰਕਰ ਆਹ ਸੁਣਦੇ ਆ, ਤੁਹਾਡੀਆਂ ਗੱਲਾਂ ਕਿੱਦਾਂ ਸੁਣ ਲੈਣ, ਜਾਂ ਤੁਹਾਡੀ ਸੁਣ ਜਾਂ ਉਹਨਾਂ ਦੀ ਸੁਣਨ। ਅਗਲੇ ਤੇ ਉਹਨਾਂ ਦੇ ਸੰਕਟ ਮੋਚਕ ਬਣੇ ਹੋਏ ਆ ਤੇ ਉਹ ਤੁਹਾਡੇ ਲਈ ਇੱਥੇ ਸੰਕਟ ਪੈਦਾ ਕਰ ਰਹੇ ਆ। ਇਹ ਲੜਾਈ ਦੀ ਸਮਝ ਹੀ ਨਹੀਂ ਆਉਂਦੀ। ਫਿਰ ਜੇ ਲੋਕ ਆਪਣੇ ਅਰਥ ਕੱਢਣ ਫਿਰ ਤੁਹਾਨੂੰ ਬੁਰਾ ਲੱਗਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ। ਥੈਂਕ ਯੂ।